ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਤਰੀਕੇ ਦੇ ਨਾਲ ਅਸੀਂ ਮਹਾਰਾਜ ਦਾ ਨਾਮ ਲੈ ਕੇ ਗੁਰਮੰਤਰ ਦੀ ਆਰਾਧਨਾ ਕਰਕੇ ਅੰਤਰਗਤ ਖੋਜ ਕਰਨੀ ਹੈ। ਸਾਡਾ ਜਿਹੜਾ ਇਹ ਸਰੀਰ ਆ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇੱਕ ਖੇਤ ਆ, ਇੱਕ ਪਿੰਡ ਆ, ਇੱਕ ਕਿਲਾ ਆ, ਇੱਕ ਘਰ ਆ। ਅਤੇ ਇਸ ਦੇ ਵਿੱਚ ਅਸੀਂ ਖੋਜ ਕਰਨੀ ਹੁੰਦੀ ਹੈ। ਉਹ ਖੋਜ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਉਚਾਰਨ ਕਰਦੇ ਹਾਂ, ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਇਸ ਸਰੀਰ ਦੇ ਵਿੱਚੋਂ ਅਸੀਂ ਖੋਜਣਾ ਆ, ਆਪਣੇ ਮਨ ਨੂੰ ਵੇਖਣਾ ਆ। ਇਸ ਸਰੀਰ ਦੇ ਵਿੱਚ ਅਸੀਂ ਆਪਣੇ ਆਤਮਾ ਦੇ ਦਰਸ਼ਨ ਕਰਨੇ ਆ, ਪਰਮਾਤਮਾ ਦੇ ਦਰਸ਼ਨ ਕਰਨੇ ਆ। ਇਹਦੀ ਖੋਜ ਕਰਕੇ ਅਸੀਂ ਆਪਣੇ ਨਿਜ ਮਹਿਲ, ਨਿਜ ਘਰ ਦੇ ਵਿੱਚ ਬਹਿਣਾ ਹੈ। ਅਤੇ ਜਿਹੜਾ ਖੋਜ ਕਰੂਗਾ, ਮਹਾਰਾਜ ਕਹਿੰਦਾ ਉਹੀ ਅਸਲ ਵਿੱਚ ਗੁਰਮੁਖ ਆ। ਜਿਹਨੂੰ ਮਹਾਰਾਜ ਕਹਿੰਦੇ ਆ, ਜਿਹੜਾ ਗੁਰਮੁਖ ਆ ਉਹ ਕਾਇਆ ਦੀ ਖੋਜ ਕਰਦਾ। ਇਸ ਸਰੀਰ ਨੂੰ ਕਾਇਆ ਵੀ ਕਹਿ ਦਿੱਤਾ ਆ। ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਗੁਰਮੁਖ ਜਨ ਆਪਣੇ ਸਰੀਰ ਦੀ ਖੋਜ ਕਰਦੇ ਨੇ ਅਤੇ ਉਹਨਾਂ ਨੇ ਜਾਣ ਲਿਆ ਕਿ ਸਾਰਾ ਕੁਝ ਬਾਕੀ ਸੰਸਾਰ ਵਿੱਚ ਕਰਮ ਜਿਹੜੇ ਕਰਦੇ ਹਾਂ ਅਸੀਂ ਬਾਹਰਲੇ, ਇਹ ਸਾਰਾ ਭਰਮ ਆ। ਮਾਇਆ ਦੇ ਵਿੱਚ ਇੱਕ ਭੁਲੇਖਾ ਆ ਜਿਸ ਦੇ ਵਿੱਚ ਮਨਮੁਖ ਪਏ ਹੋਏ ਨੇ। ਗੁਰਮੁਖਾਂ ਨੇ ਜਾਣ ਲਿਆ ਕਿ ਇਹ ਜਿਹੜੇ ਕਰਮ ਅਸੀਂ ਬਾਹਰ ਕਰਦੇ ਹਾਂ, ਇਹ ਸਿਰਫ ਇਸ ਮਾਇਆ ਤੱਕ ਸੀਮਿਤ ਆ ਅਤੇ ਦਰਗਾਹ ਤੱਕ ਨਹੀਂ ਪਹੁੰਚਾ ਸਕਦੇ ਇਹ ਜਿਹੜੇ ਬਾਹਰਲੇ ਕਰਮ ਨੇ। ਸੋ ਗੁਰਮੁਖ ਜਨ ਜਿਹੜੇ ਆ ਉਹ ਆਪਣੇ ਸਰੀਰ ਦੀ ਖੋਜ ਕਰਦੇ ਆ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ ਕਿ ਇਸ ਸਰੀਰ ਨੂੰ ਪਿੰਡ ਵੀ ਕਹਿ ਦਿੱਤਾ। ਜੋ ਵੀ ਸਾਨੂੰ ਬਾਹਰ ਦਿਸਦਾ ਹੈ ਦ੍ਰਿਸ਼ਟਮਾਨ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਜੋ ਹੈ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਸ ਬਾਹਰਲੇ ਏਰੀਏ ਦੇ ਵਿੱਚ ਸਭ ਕੁਝ ਸਾਡੇ ਅੰਦਰ ਵੀ ਆ। ਜਿਹਨੂੰ ਮਹਾਰਾਜ ਕਹਿੰਦੇ ਆ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਦੋਂ ਅਸੀਂ ਬਾਹਰੋਂ ਖੋਜ ਕਰਦੇ ਹਾਂ, ਜਿਵੇਂ ਵਿਗਿਆਨ ਕਰਦਾ ਹੁੰਦਾ, ਸਾਇੰਸ ਕਰਦੀ ਹੈ ਕਿ ਬਾਹਰੋਂ ਤੱਤਾਂ ਦੀ ਖੋਜ ਕਰਨੀ, ਤੱਤਾਂ ਨੂੰ ਬਰੀਕੀ ਨਾਲ ਦੇਖਣਾ, ਜੋ ਮਾਇਆ ਦੇ ਤੱਤ ਨੇ ਉਹ ਵੀ ਖੋਜ ਕਰਦੇ ਆ, ਉਹ ਅਖੀਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆ। ਪਰ ਇਹ ਬ੍ਰਹਿਮੰਡ ਜਿਹੜਾ ਆ, ਇਹ ਮਾਇਆ ਜਿਹੜੀ ਆ ਮਹਾਰਾਜ ਨੇ ਰਚੀ ਹੋਈ, ਇਹ ਇੰਨੇ ਵਿਸਤਾਰ ਨਾਲ ਰਚੀ ਹੋਈ ਹੈ ਕਿ ਇਹਦਾ ਅੰਤ ਪਾਉਣਾ ਮੁਸ਼ਕਿਲ ਆ। ਅਤੇ ਉਸ ਪਰਮ ਤੱਤ ਤੱਕ ਪਹੁੰਚਣਾ ਬਾਹਰੋਂ ਮੁਸ਼ਕਿਲ ਬਾਤ ਹੋ ਜਾਂਦੀ ਹੈ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜੇ ਅਸੀਂ ਪ੍ਰਮਾਤਮਾ ਨੂੰ, ਉਹਨਾਂ ਦੇ ਨਾਮ ਨੂੰ ਪਾਉਣਾ ਚਾਹੁੰਦੇ ਹਾਂ, ਅਤੇ ਆਪਣੇ ਇਸ ਸਰੀਰ ਦੇ ਵਿੱਚ ਖੋਜ ਕਰੋ। ਬਾਹਰਲੀ ਖੋਜ ਦੀ ਬਜਾਏ ਅੰਤਰਗਤ ਖੋਜ ਕਰੋ। ਅਤੇ ਇਹ ਭੇਦ ਮਿਲਦਾ ਹੈ ਸਤਸੰਗਤ ਵਿੱਚੋਂ। ਮਹਾਰਾਜ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ ਹੋਇਆ, ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਉਸੀ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਹਰੀ ਦਾ ਆਪਣਾ ਵਾਸਾ ਹੁੰਦਾ ਹੈ। ਪਰਮਾਤਮਾ ਦੀ ਸ਼ਰਨ ਹੁੰਦੀ ਹੈ ਸਤਸੰਗਤ। ਸਤਸੰਗਤ ਵਿੱਚੋਂ ਸਾਨੂੰ ਖੋਜ ਕਰਨ ਦਾ ਤਰੀਕਾ ਮਿਲਦਾ ਆ, ਖੋਜ ਕਰਨ ਦਾ ਗਿਆਨ ਮਿਲਦਾ ਹੈ ਕਿ ਕਿਵੇਂ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ, ਉਸ ਸੱਚ ਤੱਕ, ਉਹਨਾਂ ਦੇ ਨਾਮ ਤੱਕ, ਪਰਮ ਤੱਤ ਤੱਕ ਪਹੁੰਚ ਸਕਦੇ ਹਾਂ ਅੰਤਰਗਤ ਖੋਜ ਕਰਕੇ। ਇਹ ਸਾਰਾ ਤਰੀਕਾ, ਜੁਗਤ ਗਿਆਨ ਸਤਸੰਗਤ ਵਿੱਚ ਸਮਝਾਇਆ ਜਾਂਦਾ। ਤਾਂ ਫਿਰ ਸਾਨੂੰ ਸਮਝਾ ਦਿੱਤਾ, ਸਤਸੰਗਤ ਦੀ ਨਿਸ਼ਾਨੀ ਇਹ ਆ ਕਿ ਉੱਥੇ ਨਾਮ ਦੀ ਵਿਆਖਿਆ ਹੋਊਗੀ, ਕਿਉਂਕਿ ਨਾਮ ਤੋਂ ਬਗੈਰ ਸਾਡੀ ਮੁਕਤੀ ਨਹੀਂ ਹੋ ਸਕਦੀ। ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਬਿਨ ਨਾਮੈ ਮੁਕਤ ਨਾ ਪਾਵੈ ਕੋਈ, ਬਿਨ ਸਤਿਗੁਰ ਕੋ ਨਾਮ ਨਾ ਪਾਏ, ਪ੍ਰਭ ਐਸੀ ਬਨਤ ਬਣਾਈ। ਕਿ
परमात्मा ने ऐसी मर्यादा तैयार कर ਦਿੱਤੀ ਹੈ ਇਸ ਦੇਸ਼ ਦੇ ਵਿੱਚ ਕਿ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਸਾਨੂੰ ਉਹ ਨਾਮ ਪ੍ਰਾਪਤ ਹੁੰਦਾ ਹੈ ਅਤੇ ਉਹ ਨਾਮ ਤੋਂ ਬਗੈਰ ਸਾਡੀ ਮੁਕਤੀ ਨਹੀਂ ਹੋ ਸਕਦੀ। ਹੁਣ ਇਸ ਦਾ ਭੇਦ ਨਾਮ ਦੀ ਵਿਆਖਿਆ, ਸ਼ਬਦ ਦੀ ਵਿਆਖਿਆ ਹੁੰਦੀ ਹੈ ਸਤਸੰਗਤ ਵਿੱਚ। ਇਹੀ ਸਤਸੰਗਤ ਦੀ ਫਿਰ ਨਿਸ਼ਾਨੀ ਹੈ ਕਿ ਅਸੀਂ ਪ੍ਰਮਾਤਮਾ ਦੇ ਸ਼ਰਨ ਵਿੱਚ ਹਾਂ। ਜਦੋਂ ਅਸੀਂ ਸਤਸੰਗਤ ਵਿੱਚ ਬੈਠਦੇ ਹਾਂ, ਸੁਰਤੀਆਂ ਸਾਡੀਆਂ ਵਿਰਾਜਮਾਨ ਹੁੰਦੀਆਂ। ਮਹਾਰਾਜ ਕਹਿੰਦੇ ਆ, ਸਤਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਉਹ ਕਿਹੜਾ ਨਾਮ ਆ? ਮਹਾਰਾਜ ਕਹਿੰਦੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਸਤਿਗੁਰੂ ਸਾਨੂੰ ਭੇਜ ਦਿੰਦੇ ਆ, ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਦਿੱਤਾ ਕਿ ਉਹ ਨਾਮ ਜਿਹੜਾ ਆ, ਉਹ ਸ਼ਬਦ, ਉਹ ਪਰਮਾਤਮਾ ਦੇ ਉਚਾਰਨ ਕੀਤਾ ਹੋਇਆ ਸ਼ਬਦ ਆ, ਆਵਾਜ਼ ਆ ਉਹਨਾਂ ਦੀ, ਜੋ ਹੈ ਸਾਡੇ ਲਈ, ਸਾਰਿਆਂ ਜੀਵਾਂ ਲਈ ਇਲਾਹੀ ਹੁਕਮ। ਉਸ ਦੇ ਦਾਇਰੇ ਦੇ ਵਿੱਚ ਸਾਡੇ ਮਨ ਨੇ ਜਦੋਂ ਰਹਿਣਾ ਸਿੱਖ ਲਿਆ ਅਤੇ ਸਾਨੂੰ ਫਿਰ ਉਸ ਨਾਮ ਵਿੱਚੋਂ ਖੁਰਾਕ ਮਿਲਦੀ ਆ, ਅੰਮ੍ਰਿਤ ਰਸ ਮਿਲਦਾ, ਹਰ ਰਸ ਮਿਲਦਾ ਹੈ, ਬ੍ਰਹਮ ਰਸ ਮਿਲਦਾ ਆ, ਜਿਹਨੂੰ ਮਹਾਰਾਜ ਕਹਿੰਦੇ ਆ, ਮਨ ਕਾ ਤੋਸਾ ਹਰ ਨਾਮ ਹੈ, ਹਿਰਦੈ ਰੱਖੋ ਸਮਾਲ, ਇਹੋ ਖਰਚ ਖੁੱਟ ਹੈ, ਗੁਰਮੁਖ ਨੇ ਬਹਿ ਨਾਲ। ਫਿਰ ਅਸੀਂ ਉਸ ਨਾਮ ਦੇ ਵਿੱਚ ਸਮਾ ਕੇ ਸਦੀਵੀ ਅਮਰ ਹੋ ਜਾਂਦੇ ਹਾਂ। ਪਰਮਾਤਮਾ ਦੇ ਚਰਨ ਉਹਨਾਂ ਨੂੰ ਕਿਹਾ ਹੈ ਨਾਮ ਨੂੰ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਇਹ ਗੁਰੂ ਦੇ ਚਰਨ ਆ, ਪਰਮਾਤਮਾ ਦੇ ਚਰਨ ਆ। ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ, ਅੱਗੇ ਦਰਗਾਹ ਮੰਨੀਐ ਮਿਲੇ ਨਥਾਵੇਂ ਥਾਉ। ਕਿ ਦਰਗਾਹ ਦੇ ਵਿੱਚ ਉਹਨੂੰ ਜਗ੍ਹਾ ਮਿਲਦੀ ਹੈ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਉਹ ਹੈ ਨਾਮ। ਉਹਨੂੰ ਤੀਰਥ ਇੱਥੇ ਵੀ ਕਹਿ ਦਿੱਤਾ, ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ। ਅਤੇ ਸਦੀਵੀ ਸਾਡਾ ਉਸ ਪਰਮਾਤਮਾ ਦੇ ਵਿੱਚ ਵਾਸਾ ਹੋ ਜਾਂਦਾ ਜਦੋਂ ਅਸੀਂ ਨਾਮ ਵਿੱਚ ਸਮਾ ਕੇ ਉਸ ਹਰੀ ਨਾਲ ਮਿਲਾਪ ਕਰਦੇ ਹਾਂ। ਅਤੇ ਫਿਰ ਉਸ ਦਾ ਧਿਆਨ ਧਰ ਕੇ, ਉਹਨੂੰ ਵੇਖ ਵੇਖ ਕੇ ਸਾਡੀ ਜੋਤ ਜਿਹੜੀ ਆ ਉਹਨਾਂ ਵਿੱਚ ਜਾ ਕੇ ਸਦੀਵੀ ਲੀਨ ਹੋ ਜਾਂਦੀ ਹੈ। ਇਹ ਸਾਰੀ ਪ੍ਰੈਕਟਿਸ ਜੋ ਮਹਾਰਾਜ ਨੇ ਸਾਨੂੰ ਸਮਝਾਈ ਹੋਈ ਹੈ, ਇਹ ਹੈ ਧਰਮ ਦੀ ਪ੍ਰੈਕਟਿਸ, ਜਿਹਨੂੰ ਮਹਾਰਾਜ ਕਹਿੰਦੇ ਆ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਕਿ ਜੇ ਅਸੀਂ ਧਰਮ ਨੂੰ ਦ੍ਰਿੜ ਕਰਨਾ ਚਾਹੁੰਦੇ ਹਾਂ, ਹਰੀ ਦਾ ਨਾਮ ਧਿਆਵੋ। ਉਹ ਨਾਮ ਜੋ ਸਾਡੇ ਸਾਰਿਆਂ ਦੇ ਅੰਦਰ ਆ, ਜੋ ਇਸ ਸਰੀਰ ਦੇ ਵਿੱਚ ਮਹਾਰਾਜ ਫਰਮਾਉਂਦੇ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਹ ਅਨਹਦ ਸ਼ਬਦ ਆ, ਸਾਡੀ ਭਾਸ਼ਾ ਦੇ ਵਿੱਚ ਨਹੀਂ ਉਹ ਨਾਮ। ਉਹ ਪਰਮਾਤਮਾ ਹਰ ਵਕਤ ਉਚਾਰਨ ਕਰ ਰਹੇ ਆ। ਮਹਾਰਾਜ ਕਹਿੰਦੇ, ਤਿਸ ਰੂਪ ਨਾ ਰੇਖ ਅਨਾਹਦ ਵਾਜੈ, ਸ਼ਬਦ ਨਿਰੰਜਨ ਕੀਆ। ਉਹ ਮਾਇਆ ਤੋਂ ਰਹਿਤ ਸ਼ਬਦ ਆ, ਉਸੀ ਸ਼ਬਦ ਦੁਆਰਾ ਸਾਰੀ ਉਤਪਤੀ ਕੀਤੀ, ਅਤੇ ਪਰਲੋ ਵੀ ਉਸ ਸ਼ਬਦ ਦੁਆਰਾ ਹੁੰਦੀ। ਜਿਹਨੂੰ ਮਹਾਰਾਜ ਕਹਿੰਦੇ, ਉਤਪਤ ਪਰਲੋ ਸਬਦੇ ਹੋਵੈ, ਸਬਦੇ ਹੀ ਫਿਰ ਉਪਤ ਹੋਵੈ। ਜਿਹਨੂੰ ਮਹਾਰਾਜ ਫਰਮਾਉਂਦੇ ਨੇ ਕਿ ਇਹ ਸੱਚ ਵਿੱਚੋਂ ਪ੍ਰਗਟ ਹੋਈ ਆਵਾਜ਼ ਆ, ਸ਼ਬਦ ਆ, ਤਾਂ ਇਹਨੂੰ ਕਹਿ ਦਿੱਤਾ ਸਤਨਾਮ, ਅਤੇ ਕਹਿ ਦਿੱਤਾ ਇਹ ਪਹਿਲਾਂ ਤੋਂ ਮੌਜੂਦ ਸੀ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਜਦੋਂ ਦਾ ਮਹਾਰਾਜ ਨੇ ਬ੍ਰਹਿਮੰਡ ਰਚਿਆ, ਉਸ ਦਾ ਜ਼ਿਕਰ ਆ ਕਿ ਉਹਨਾਂ ਨੇ ਨਾਮ ਦੁਆਰਾ ਇਹ ਪ੍ਰਗਟ ਕੀਤਾ, ਅਤੇ ਉਸ ਨਾਮ ਨਾਲ ਅਸੀਂ ਜੁੜ ਕੇ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਸਤਨਾਮ ਤੇਰਾ ਪਰਾ ਪੂਰਬਲਾ। ਮਹਾਰਾਜ ਨੇ ਉਹ ਨਾਮ ਉਚਾਰਨ ਕੀਤਾ, ਅਰਥਾਤ ਕਿ ਬੋਲੇ, ਤਾਂ ਹੀ ਇਹ ਸਾਰਾ ਪਸਾਰਾ ਜਿਹੜਾ ਆ ਉਹਨਾਂ ਨੇ ਰਚਿਆ, ਆ ਬ੍ਰਹਿਮੰਡ ਰਚ ਦਿੱਤਾ, ਪਸਾਰਾ ਖੜਾ ਕਰ ਦਿੱਤਾ। ਜਿਹਨੂੰ ਮਹਾਰਾਜ ਕਹਿੰਦੇ ਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਉਹਨਾਂ ਨੇ ਪਸਾਰਾ ਬਣਾਇਆ ਆਪਣੀ ਇੱਕ ਆਵਾਜ਼ ਦੇ ਕੇ, ਸ਼ਬਦ ਉਚਾਰਨ ਕਰਕੇ। ਸੋ ਇਹ ਧਰਮ ਦੀ ਪ੍ਰੈਕਟਿਸ ਇਹ ਆ ਕਿ ਅਸੀਂ ਉਸ ਨਾਮ ਨੂੰ ਦ੍ਰਿੜ ਕਰੀਏ, ਸੱਚ ਪਰਮਾਤਮਾ ਨੂੰ ਦ੍ਰਿੜ ਕਰੀਏ। ਬਾਕੀ ਜਿਹੜੀ ਮਾਇਆ ਹੈ ਸਾਰੀ ਝੂਠੀ ਆ, ਸੱਚ ਉਹ ਆ ਪਰਮਾਤਮਾ, ਜਿਹਨੂੰ ਮਹਾਰਾਜ ਨੇ ਫਰਮਾ ਦਿੱਤਾ ਕਿ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਹਮੇਸ਼ਾ ਹੀ ਸੱਚ ਸੀ, ਹੈ ਅਤੇ ਹਮੇਸ਼ਾ ਹੀ ਹੋਵੇਗਾ। ਅਤੇ ਜਿਹੜਾ ਉਸ ਦੇ ਨਾਲ ਮਿਲ ਜਾਂਦਾ ਹੈ ਉਹ ਵੀ ਸੱਚਾ ਹੈ। ਮਹਾਰਾਜ ਨੇ ਗੁਰਬਾਣੀ ਵਿੱਚ ਫਿਰ ਉਂਝ ਸਾਨੂੰ ਸਮਝਾਇਆ ਕਿ ਇਹ ਧਰਮ ਜਿਹੜਾ ਆ, ਇਸ ਨੂੰ ਅਸੀਂ ਦ੍ਰਿੜ ਕਰਨਾ ਆ ਨਾਮ ਦਾ ਅਭਿਆਸ ਕਰਕੇ, ਨਾਮ ਨਾਲ ਜੁੜ ਕੇ ਸੱਚ ਨੂੰ ਦ੍ਰਿੜ ਕਰਨਾ, ਧਰਮ ਨੂੰ ਦ੍ਰਿੜ ਕਰਨਾ। ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਭੇਦ ਦਿੱਤਾ ਹੋਇਆ ਹੈ
ਕਿ ਅਸਲੀ ਇਹੀ ਧਰਮ ਆ ਜਿੱਥੇ ਜਾ ਕੇ ਅਸੀਂ ਸੱਚ ਨੂੰ ਦ੍ਰਿੜ ਕਰਦੇ ਹਾਂ। ਮਹਾਰਾਜ ਸਮਝਾਉਂਦੇ ਨੇ, ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਕਿ ਇੱਕ ਧਰਮ ਆ ਜਿਹਨੂੰ ਦ੍ਰਿੜ ਕਰਨਾ, ਜਿਹਨੂੰ ਕਹਿੰਦੇ ਸੱਚ ਨੂੰ ਦ੍ਰਿੜ ਕਰਨਾ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਗੁਰਮਤਿ ਰਾਹੀਂ ਫਿਰ ਉਹ ਜਿਹੜਾ ਜੀਵ ਆ ਉਹ ਅਮਰ ਪਦਵੀ ਹਾਸਲ ਕਰ ਲੈਂਦਾ ਆ। ਜੁਗਾ ਜੁਗਾਂਤਰਾਂ ਦੇ ਵਿੱਚ ਉਹ ਪਰਫੈਕਟ ਹੋ ਜਾਂਦਾ ਆ। ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੈ ਅਲਖ ਅਪਾਰ। ਉਹ ਅਨਹਦ ਸ਼ਬਦ ਨਾਲ ਅਰਥਾਤ ਕਿ ਨਾਮ ਨਾਲ ਜੁੜਦਾ ਆ ਇੱਕ ਲਿਵ ਲਾ ਕੇ, ਅਤੇ ਉਹ ਗੁਰਮੁਖ ਜਿਹੜਾ ਆ ਫਿਰ ਉਸ ਅਲਖ ਅਪਾਰ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋ ਦ੍ਰਿਸ਼ਟਮਾਨ ਰੂਪ ਦੇ ਵਿੱਚ ਤ੍ਰੈ ਗੁਣਾਂ ਦੇ ਵਿੱਚ ਜਿਹੜੇ ਧਰਮ ਦੀ ਪਰਿਭਾਸ਼ਾ ਆ ਵੱਖ-ਵੱਖ ਵਿਦਵਾਨ ਵੱਖ-ਵੱਖ ਤਰੀਕੇ ਨਾਲ ਕਰਦੇ ਆ। ਸੋ ਤ੍ਰੈ ਗੁਣਾਂ ਦੇ ਵਿੱਚ ਜਦੋਂ ਧਰਮ ਦੇ ਅਰਥ ਕੀਤੇ ਜਾਂਦੇ, ਲੂਸਲੀ ਟ੍ਰਾਂਸਲੇਸ਼ਨ ਕਰ ਦਿੱਤੇ ਜਾਂਦੇ ਕਿ ਰਿਲੀਜਨ, ਮਜ਼ਹਬ ਨੂੰ ਕਹਿ ਦਿੱਤਾ ਜਾਂਦਾ ਤ੍ਰੈ ਗੁਣਾਂ ਦੇ ਵਿੱਚ। ਅਤੇ ਅਸੀਂ ਦੇਖਣਾ ਹੁੰਦਾ ਕਿ ਗੁਰਬਾਣੀ ਦੇ ਵਿੱਚ ਕਿਸ ਧਰਮ ਬਾਰੇ ਸਾਨੂੰ ਮਹਾਰਾਜ ਨੇ ਸਿੱਖਿਆ ਦਿੱਤੀ ਹੋਈ ਹੈ। ਕਿਉਂਕਿ ਹੁਣ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ, ਸਾਨੂੰ ਭੇਦ ਆ ਗਿਆ ਕਿ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ, ਕਿ ਅਸਲ ਧਰਮ ਇਹੀ ਆ ਕਿ ਅਸੀਂ ਸੱਚ ਨੂੰ, ਪ੍ਰਮਾਤਮਾ ਦੇ ਨਾਮ ਨੂੰ ਦ੍ਰਿੜ ਕਰਨਾ। ਜਿਹੜਾ ਤ੍ਰੈ ਗੁਣਾਂ ਦੇ ਵਿੱਚ ਅਰਥ ਕੀਤੇ ਜਾਂਦੇ ਆ, ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ। ਕੋਈ ਹੁਣ ਜੀਵ ਜਿਹੜੇ ਆ ਉਹ ਕਿਸੇ ਘਰ 'ਚ ਪੈਦਾ ਹੋਏ, ਕੋਈ ਆਪਣੇ ਆਪ ਨੂੰ ਹਿੰਦੂ ਅਖਵਾਉਂਦਾ ਆ, ਕੋਈ ਆਪਣੇ ਆਪ ਨੂੰ ਮੁਸਲਮਾਨ ਅਖਵਾਉਂਦਾ ਆ, ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਾਂ। ਅਤੇ ਕਿਸ ਤਰੀਕੇ ਦੇ ਨਾਲ ਧਰਮ ਦੀ ਪਰਿਭਾਸ਼ਾ ਹੁੰਦੀ ਹੈ ਤ੍ਰੈ ਗੁਣਾਂ ਦੇ ਵਿੱਚ, ਉਹ ਅਸੀਂ ਭੇਦ ਲੈਣਾ ਹੈ ਗੁਰਬਾਣੀ ਰਾਹੀਂ, ਅਤੇ ਫਿਰ ਦੇਖਣਾ ਹੈ ਕਿ ਅਸਲੀ ਧਰਮ ਨੂੰ ਕਿਵੇਂ ਅਸੀਂ ਹਾਸਲ ਕਰ ਸਕਦੇ ਹਾਂ, ਜੋ ਨਾਮ ਨੂੰ ਦ੍ਰਿੜ ਕਰਨਾ। ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਸਮਝਾਇਆ, ਕਹਿੰਦੇ ਕਿ ਹੁਣ ਆਮ ਅਸੀਂ ਜਦੋਂ ਵਿਦਵਾਨਾਂ ਨੂੰ ਸੁਣਦੇ ਹਾਂ ਜਾਂ ਉਹਨਾਂ ਦੇ ਲੈਕਚਰ ਜਾਂ ਕਿਤਾਬਾਂ ਪੜ੍ਹਦੇ ਹਾਂ, ਅਤੇ ਵਿਦਵਾਨ ਜਿਹੜੇ ਆ ਉਹ ਕਹਿ ਦਿੰਦੇ ਆ ਕਿ ਇਹ ਵੱਖ-ਵੱਖ ਮਜ਼ਹਬ ਆ ਅਤੇ ਇਹਨਾਂ ਨੂੰ ਧਰਮ ਕਹਿ ਦਿੱਤਾ ਜਾਂਦਾ। ਪਰ ਭਗਤ ਕਬੀਰ ਜੀ ਨੂੰ ਜਦੋਂ ਫਿਰ ਭਗਤਾਂ ਦੀ ਵੀ ਉਹ ਗੱਲ ਕਰਦੇ, ਜੇ ਭਗਤਾਂ ਦੀ ਜੀਵਨੀਆਂ ਅਸੀਂ ਪੜ੍ਹਦੇ ਹਾਂ, ਵਿਦਵਾਨ ਕਹਿ ਦਿੰਦੇ ਆ ਕਿ ਫਲਾਨਾ ਭਗਤ ਇਸ ਧਰਮ ਦਾ ਸੀ ਜਾਂ ਇਸ ਮਜ਼ਹਬ ਦਾ ਸੀ, ਦੂਜੇ ਮਜ਼ਹਬ ਦਾ, ਦੂਜਾ ਧਰਮ ਦੇ ਵਿੱਚ ਆਹ ਭਗਤ ਹੋਇਆ। ਅਤੇ ਭਗਤ ਕਬੀਰ ਜੀ ਦੇ ਜਦੋਂ ਬਚਨ ਅਸੀਂ ਸੁਣਦੇ ਹਾਂ ਗੁਰਬਾਣੀ ਰਾਹੀਂ, ਉਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਕਿ ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਏ, ਦਿਲ ਮੇਂ ਸੋਚ ਵਿਚਾਰ ਕਵਾਦੇ, ਪਿਸਤ ਦੋਜਕ ਕਿਨ ਪਾਏ। ਇਹ ਵਿਚਾਰ ਕਰਨੀ ਹੁੰਦੀ ਹੈ ਕਿ ਹੁਣ ਕੌਣ ਜਾਂਦਾ ਪਿਸਤਾਂ ਨੂੰ, ਸਵਰਗਾਂ ਨੂੰ, ਕੌਣ ਜਾਂਦਾ ਨਰਕ ਨੂੰ। ਅਤੇ ਜਿਹੜੇ ਹਿੰਦੂ ਆ, ਤੁਰਕ ਆ, ਅਰਥਾਤ ਕਿ ਹਿੰਦੂ ਅਤੇ ਮੁਸਲਮਾਨ, ਇਹ ਜਿਹੜੇ ਰਾਹ ਆ ਇਹ ਕਿਹਨੇ ਚਲਾਏ। ਹੁਣ ਜਿਸ ਤਰੀਕੇ ਨਾਲ ਅਸੀਂ ਸੋਚਦੇ ਹਾਂ, ਹੁਣ ਆਮ ਵਿਦਵਾਨ ਜਿਹੜੇ ਆ ਉਹ ਕਹਿ ਦਿੰਦੇ ਆ ਜੀ ਕਿ ਭਗਤ ਕਬੀਰ ਜੀ ਮੁਸਲਮਾਨ ਧਰਮ ਦੇ ਵਿੱਚੋਂ ਹੋਏ ਜਾਂ ਮੁਸਲਮਾਨ ਪਰਿਵਾਰ ਵਿੱਚੋਂ ਹੋਏ, ਅਤੇ ਕਈ ਕਹਿ ਦਿੰਦੇ ਆ ਕਿ ਉਹ ਇਤਿਹਾਸ ਜਦੋਂ ਪੜ੍ਹਦੇ ਆ ਕਿ ਉਹਨਾਂ ਨੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਸੀ, ਅਤੇ ਕਈ ਕਹਿ ਦਿੰਦੇ ਕਿ ਜੀ ਉਹਨਾਂ ਨੇ ਆਪਣਾ ਧਰਮ ਬਦਲ ਕੇ ਹਿੰਦੂ ਧਰਮ 'ਚ ਆ ਗਏ। ਪਰ ਇੱਥੇ ਭਗਤ ਕਬੀਰ ਜੀ ਤਾਂ ਦੱਸ ਰਹੇ ਆ ਕਿ ਹਿੰਦੂ ਤੁਰਕ ਕਹਾਂ ਤੇ ਆਏ, ਕਿਨ ਇਹ ਰਾਹ ਚਲਾਏ, ਕਿ ਇਹ ਕਿੱਥੋਂ ਆ ਗਏ ਹਿੰਦੂ ਅਤੇ ਮੁਸਲਮਾਨ, ਇਹ ਰਾਹ ਕਿਹਨੇ ਚਲਾਏ। ਅਰਥਾਤ ਕਿ ਇਹ ਪਰਮਾਤਮਾ ਵੱਲੋਂ ਤਾਂ ਨਹੀਂ ਚਲਾਏ ਹੋਏ ਕਿ ਆਪਣੇ ਆਪ ਨੂੰ ਕੋਈ ਇਸ ਸੰਸਾਰ ਵਿੱਚ ਹਿੰਦੂ ਅਖਵਾਈ ਜਾਂਦਾ, ਕੋਈ ਮੁਸਲਮਾਨ ਅਖਵਾਈ ਜਾਂਦਾ, ਕੋਈ ਮਜ਼ਹਬ ਦਾ ਆਪਣੇ ਆਪ ਨੂੰ ਅਖਵਾਈ ਜਾਂਦਾ। ਫਿਰ ਭਗਤ ਕਬੀਰ ਜੀ ਨੂੰ ਅਤੇ ਭਗਤਾਂ ਨੂੰ ਜਦੋਂ ਅਸੀਂ ਸੁਣਦੇ ਹਾਂ ਗੁਰਬਾਣੀ ਦੇ ਰਾਹੀਂ, ਅਸੀਂ ਭੇਦ ਲੈਂਦੇ ਹਾਂ, ਅਤੇ ਸਾਨੂੰ ਪਤਾ ਲੱਗਦਾ ਕਿ ਉਹ ਕਿਹੜੇ ਧਰਮ ਦੀ ਗੱਲ ਕਰਦੇ, ਕਿਹੜੇ ਧਰਮ ਦੇ ਉਹ ਮੈਂਬਰ ਨੇ। ਭਗਤ ਕਬੀਰ ਜੀ ਨੇ ਫਿਰ ਦੱਸਿਆ, ਕਹਿੰਦੇ ਕਿ ਉਹਨਾਂ 'ਤੇ ਲੇਬਲ ਕੋਈ ਲਾ ਲੈਂਦਾ, ਕੋਈ ਕਿ ਉਹ ਜੀ ਮੁਸਲਮਾਨ ਸੀ, ਕੋਈ ਕਹਿ ਦਿੰਦਾ ਕਿ ਉਹ ਹਿੰਦੂ ਸੀਗੇ, ਤਾਂ ਉਹਨਾਂ ਦੇ ਆਪਣੇ ਬਚਨ ਅਸੀਂ ਸੁਣ ਲੈਂਦੇ। ਉਹ ਕਹਿੰਦੇ ਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪਰਾਨ, ਕਹੋ ਕਬੀਰ ਇਹੋ ਕੀਆ ਵਖਾਨਾ, ਗੁਰਪੀਰ ਮਿਲ ਖੁਦ ਖਸਮ ਪਛਾਨਾ। ਭਗਤ ਕਬੀਰ ਜੀ ਤੋਂ ਸਿੱਧਾ ਹੀ ਸੁਣ ਲਓ, ਕਹਿੰਦੇ ਕਿ ਉਹ ਨਾ ਹਿੰਦੂ ਆ ਨਾ ਮੁਸਲਮਾਨ ਆ, ਕਹਿੰਦੇ ਅੱਲਾ ਰਾਮ ਇੱਕ ਹੀ ਆ, ਅਤੇ ਉਹਨਾਂ ਦੇ ਦਿੱਤੇ ਹੋਏ ਪ੍ਰਾਣ ਇਸ ਪਿੰਡ ਵਿੱਚ ਚੱਲ ਰਿਹਾ।
ਕਹੋ ਕਬੀਰ ਇਹੋ ਕੀਓ ਵਖਾਨਾ, ਗੁਰ ਪੀਰ ਮਿਲ ਖੁਦ ਖਸਮ ਪਛਾਨਾ। ਤਾਂ ਇੱਥੇ ਹੀ ਨੋਟ ਕਰੋ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਿਆਖਿਆ ਇਸ ਤਰੀਕੇ ਨਾਲ ਕੀਤੀ ਹੋਈ ਹੈ ਕਿ ਗੁਰੂ ਅਤੇ ਪੀਰ ਨੂੰ ਮਿਲ ਕੇ ਹੀ ਪ੍ਰਮਾਤਮਾ ਦੀ ਪਛਾਣ ਹੋ ਸਕਦੀ ਹੈ। ਉਹ ਗੁਰੂ ਵਾਲੇ ਹੋਏ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿਹੜੇ ਗੁਰੂ ਵਾਲੇ ਆ ਉਹਨਾਂ ਨੂੰ ਕਹਿ ਦਿੱਤਾ ਗੁਰਮੁਖ। ਉਹਨਾਂ ਨੇ ਗੁਰੂ ਦੀ ਮੱਤ ਅਖਤਿਆਰ ਕੀਤੀ ਹੁੰਦੀ ਹੈ। ਅਤੇ ਮਹਾਰਾਜ ਨੇ ਫਿਰ ਇੱਥੇ ਸਾਨੂੰ ਸਮਝਾ ਦਿੱਤਾ ਕਿ ਜਿਵੇਂ ਅਸੀਂ ਪਿਛਲੇ ਯੁੱਗਾਂ ਦੇ ਵੀ ਭਗਤਾਂ ਦੀ ਗੱਲ ਜੇ ਕਰੀਏ ਤਾਂ ਉਹਨਾਂ ਨੂੰ ਵੀ ਗੁਰਮੁਖਾਂ ਦਾ ਖਿਤਾਬ ਦਿੱਤਾ ਹੋਇਆ ਗੁਰਬਾਣੀ ਵਿੱਚ। ਜਿਵੇਂ ਕਿ ਭਗਤ ਪ੍ਰਹਿਲਾਦ ਜੀ ਹੋਏ, ਹਰਨਾਕਸ਼ ਦੇ ਬੇਟੇ, ਜਿਨ੍ਹਾਂ ਨੂੰ ਬਚਾਉਣ ਖਾਤਰ ਪ੍ਰਮਾਤਮਾ ਨੇ ਨਰਸਿੰਘ ਰੂਪ ਧਾਰਨ ਕੀਤਾ। ਉਸ ਭਗਤ ਪ੍ਰਹਿਲਾਦ ਜੀ ਨੂੰ ਗੁਰਬਾਣੀ ਵਿੱਚ ਗੁਰਮੁਖ ਦਾ ਖਿਤਾਬ ਦਿੱਤਾ ਹੋਇਆ। ਹੁਣ ਕਈ ਕਹਿ ਦਿੰਦੇ ਕਿ ਫਲਾਣੇ ਧਰਮ ਦੇ, ਕਈ ਕਹਿ ਦਿੰਦੇ ਕਿ ਹਿੰਦੂ ਧਰਮ ਦੀਆਂ ਕਹਾਣੀਆਂ। ਨਹੀਂ, ਇਹ ਗੁਰਮੁਖਾਂ ਦੀਆਂ ਕਥਾਵਾਂ ਨੇ, ਇਹ ਗੁਰਮੁਖਾਂ ਦੀਆਂ ਸਾਖੀਆਂ। ਭਗਤ ਪ੍ਰਹਿਲਾਦ ਜੀ ਨੂੰ ਗੁਰਮੁਖ ਕਿਹਾ ਗੁਰਬਾਣੀ ਵਿੱਚ, ਆਪ ਸੁਣ ਲਓ। ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ। ਭਗਤ ਪ੍ਰਹਿਲਾਦ ਜੀ ਗੁਰਮੁਖ ਸਨ, ਜਿਨ੍ਹਾਂ ਨੇ ਹਰੀ ਨੂੰ ਜਪ ਕੇ ਗਤੀ ਪ੍ਰਾਪਤ ਕੀਤੀ, ਅਮਰ ਪਦਵੀ ਪ੍ਰਾਪਤ ਕੀਤੀ। ਫਿਰ ਕਹਿੰਦੇ ਰਾਜਾ ਜਨਕ ਜੀ, ਉਹ ਵੀ ਗੁਰਮੁਖ ਸਨ। ਗੁਰਮੁਖ ਜਨਕ ਹਰ ਨਾਮ ਲਿਵਲਾਈ। ਫਿਰ ਰਿਸ਼ੀ ਵਸ਼ਿਸ਼ਟ, ਜੋ ਰਾਮਚੰਦਰ ਜੀ ਦੇ ਤ੍ਰੇਤੇ ਯੁੱਗ ਦੇ ਅਵਤਾਰ ਹੋਏ, ਰਾਮਚੰਦਰ ਜੀ, ਉਹਨਾਂ ਦੇ ਗੁਰੂ ਸਨ ਰਿਸ਼ੀ ਵਸ਼ਿਸ਼ਟ। ਅਤੇ ਮਹਾਰਾਜ ਕਹਿੰਦੇ ਕਿ ਉਹ ਵੀ ਗੁਰਮੁਖ ਸਨ। ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ, ਕਿ ਉਹ ਹਰੀ ਦਾ ਉਪਦੇਸ਼ ਦਿੰਦੇ ਸਨ ਅਤੇ ਉਹ ਵੀ ਗੁਰਮੁਖ ਸਨ। ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਫਿਰ ਮਹਾਰਾਜ ਦੱਸਦੇ ਨੇ ਕਿ ਗੁਰੂ ਤੋਂ ਬਗੈਰ ਇਸ ਨਾਮ ਦੀ ਪ੍ਰਾਪਤੀ ਕਰਨੀ ਮੁਸ਼ਕਿਲ ਹੈ। ਅਰਥਾਤ ਕਿ ਗੁਰੂ ਧਾਰਨ ਕਰਨਾ ਪੈਂਦਾ। ਅਸੀਂ ਧਾਰਨ ਕਰਦੇ ਹਾਂ ਜਦੋਂ ਅਸੀਂ ਪੰਜ ਪਿਆਰਿਆਂ ਦੇ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੁੰਦੇ ਹਾਂ, ਉਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ। ਇੱਦਾਂ ਹੀ ਪੁਰਾਣੇ ਸਮੇਂ ਦੇ ਵਿੱਚ ਜੋ ਮਰਿਆਦਾ ਸੀ, ਭਾਵੇਂ ਕਲਯੁੱਗ ਦੇ ਜਿਹੜੇ ਪਹਿਲੇ ਭਗਤ ਹੋਏ ਜਾਂ ਪੁਰਾਣੇ ਯੁੱਗਾਂ ਦੇ ਭਗਤ ਹੋਏ, ਉਹਨਾਂ ਨੇ ਵੀ ਉਸ ਵੇਲੇ ਆਪਣੀ ਆਪਣੀ ਮਰਿਆਦਾ ਅਨੁਸਾਰ ਗੁਰੂ ਧਾਰਨ ਕੀਤਾ। ਹੁਣ ਜੇਕਰ ਅਸੀਂ ਦੇਖਦੇ ਹਾਂ, ਹੋਰ ਸਾਨੂੰ ਉਦਾਹਰਨ ਮਿਲ ਜਾਂਦੀ ਗੁਰਬਾਣੀ ਦੇ ਵਿੱਚ। ਭਗਤ ਨਾਮਦੇਵ ਜੀ, ਆਮ ਕਰਕੇ ਸਾਰੇ ਕਹਿ ਦਿੰਦੇ ਆ ਕਿ ਉਹ ਹਿੰਦੂ ਪਰਿਵਾਰ ਦੇ ਵਿੱਚੋਂ ਸਨ, ਸੋ ਹਿੰਦੂ ਭਗਤ ਹੋਏ ਆ। ਪਰ ਭਗਤ ਨਾਮਦੇਵ ਜੀ ਕੀ ਕਹਿੰਦੇ ਆ, ਉਹ ਵੀ ਸੁਣ ਲਈਏ। ਮਹਾਰਾਜ ਕਹਿੰਦੇ ਆ, ਹਿੰਦੂ ਅੰਨਾ ਤੁਰਕੂ ਕਾਣਾ। ਇਹ ਭਗਤ ਨਾਮਦੇਵ ਜੀ ਦੀ ਬਾਣੀ ਆ। ਕਹਿੰਦੇ ਜਿਹੜਾ ਹਿੰਦੂ ਆ, ਉਹ ਅੱਖਾਂ ਤੋਂ ਉਹਨੂੰ ਦਿਸਦਾ ਨਹੀਂ, ਅੰਨਾ ਹੋ ਗਿਆ ਆ, ਕਿਉਂਕਿ ਉਹ ਸਿਰਫ ਜਿਹੜੇ ਮਾਇਆ ਦੇ ਵੱਖ ਵੱਖ ਰੂਪ ਆ, ਉਹਨਾਂ ਨੂੰ ਪੂਜਣ ਤੱਕ ਸੀਮਿਤ ਰਹਿ ਗਿਆ। ਤੁਰਕੂ ਕਣ, ਜਿਹੜਾ ਮੁਸਲਮਾਨ ਆ, ਉਹ ਇੱਕ ਅੱਖ ਦੇ ਵਿੱਚ ਉਹਨੂੰ ਦਿਸਦਾ, ਇੱਕ 'ਚੋਂ ਨਹੀਂ 100 ਕਾਣਾ ਆ। ਉਹ ਮੁਸਲਮਾਨ ਜਿਹੜਾ ਆ, ਉਹ ਇੱਕ ਨੂਰ ਦੀ ਗੱਲ ਤਾਂ ਕਰਦਾ ਆ ਕਿ ਪ੍ਰਮਾਤਮਾ ਇੱਕ ਨੂਰ ਆ, ਅੱਲਾ ਆ, ਪਰ ਉਹ ਆਪਣੇ ਇਸ ਸਰੀਰ ਦੇ ਭੰਨ ਤੋੜ ਕਰਦਾ ਆ। ਅਤੇ ਜਦੋਂ ਤੁਸੀਂ ਵਿਸਤਾਰ ਨਾਲ ਇੱਦਾਂ ਵਿਚਾਰਦੇ ਆ, ਅਤੇ ਜਦੋਂ ਦੂਜੇ ਨੂੰ ਦੇਖਦੇ ਆ, ਉਹਨਾਂ ਨੂੰ ਸਿਰਫ ਇਹ ਨਜ਼ਰ ਆਉਂਦਾ ਕਿ ਸਾਰੇ ਕਾਫਰ ਆ। ਅਤੇ ਮਹਾਰਾਜ ਨੇ ਇੱਥੇ ਸਾਨੂੰ ਸਮਝਾ ਦਿੱਤਾ ਕਿ ਹਿੰਦੂ ਅੰਨਾ ਤੁਰਕੂ ਕਾਣਾ। ਅਤੇ ਕਿਹੜੀ ਅਵਸਥਾ ਸਭ ਤੋਂ ਸ੍ਰੇਸ਼ਟ ਹੈ? ਕਹਿੰਦੇ ਦੋਹਾਂ 'ਤੇ ਗਿਆਨੀ ਸਿਆਣਾ। ਹਿੰਦੂ ਪੂਜਾ ਦੇਹੋਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ, ਜੇ ਦੇਹੋਰਾ ਨਾ ਮਸੀਤ। ਕਹਿੰਦੇ ਗਿਆਨੀ ਜਿਹੜਾ ਆ, ਜਿਹਨੂੰ ਬ੍ਰਹਮ ਦਾ ਗਿਆਨ ਆ, ਅਰਥਾਤ ਜਿਹਨੂੰ ਅਧਿਆਤਮਕ ਗਿਆਨ ਆ, ਉਹ ਸਭ ਤੋਂ ਸਿਆਣਾ ਆ। ਅਤੇ ਕਹਿੰਦੇ ਹਿੰਦੂ ਜਿਹੜਾ ਆ, ਉਹ ਮੰਦਰ ਪੂਜਦਾ ਆ, ਮੁਸਲਮਾਨ ਮਸੀਤ 'ਤੇ। ਅਤੇ ਕਹਿੰਦੇ ਕਿ ਭਗਤ ਨਾਮਦੇਵ ਜੀ ਦੱਸਦੇ ਆ, ਕਹਿੰਦੇ ਕਿ ਅਸੀਂ ਉਹਦੀ ਸੇਵਾ ਕਰਦੇ ਹਾਂ, ਉਸ ਪਰਮਾਤਮਾ ਮਾਲਕ ਦੀ, ਜਿਹਦਾ ਕੋਈ ਆਪਣਾ ਮੰਦਰ ਨਹੀਂ, ਨਾ ਮਸਜਿਦ ਆ, ਉਹ ਇਸ ਤੋਂ ਉੱਪਰ ਆ।
ਸੋ ਜਦੋਂ ਅਸੀਂ ਵਿਚਾਰ ਕਰਦੇ ਹਾਂ ਧਰਮ ਪ੍ਰਥਾਏ, 4 ਪਦਾਰਥ ਮਿਲਦੇ ਨੇ, ਤੇ ਤਮੋਗੁਣ ਤੋਂ ਕਾਮ, ਰਜੋਗੁਣ ਤੋਂ ਅਰਥਚਾਰਾ, ਸਤੋਗੁਣ ਤੋਂ ਧਰਮ, ਤੇ ਫਿਰ ਚੌਥਾ ਪਦਾਰਥ ਜਿਹੜਾ ਆ ਤ੍ਰੈਗੁਣ ਤੋਂ ਉੱਪਰ ਹੁੰਦਾ, ਮੋਖ ਦਾ ਹੱਟ ਤੋਂ ਮਿਲਦਾ, ਉਹ ਹੈ ਨਾਮ। ਧਰਮ ਦਾ ਸੌਦਾ ਜਿਹੜਾ ਸਤੋਗੁਣ ਤੋਂ ਮਿਲਦਾ ਆ, ਜਿਹੜੇ ਜੀਵ ਸਤੋਗੁਣੀ ਕਰਮ ਕਰਦੇ ਆ, ਦਇਆ, ਨਮਰਤਾ, ਸਹਿਨਸ਼ੀਲਤਾ, ਜਤ, ਸਤ, ਸੰਤੋਖ ਧਾਰਨ ਕਰਦੇ ਆ, ਉਹਨਾਂ ਨੂੰ ਵੀ ਤ੍ਰੈਗੁਣਾਂ ਦੇ ਵਿੱਚ ਧਰਮੀ ਕਹਿ ਦਿੰਦੇ ਕਿ ਇਹ ਧਾਰਮਿਕ ਆ। ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ ਕਿ ਜਿਹੜਾ ਇਸ ਤਰੀਕੇ ਨਾਲ ਧਾਰਮਿਕ ਕਰਮ ਕਰਦਾ ਹੈ, ਸਤੋਗੁਣੀ ਹੁੰਦਾ ਆ, ਉਹਨੂੰ ਧਰਮੀ ਕਿਹਾ ਜਾਂਦਾ ਆ, ਅਤੇ ਜਿਹੜਾ ਪਾਪ ਕਮਾਉਂਦਾ ਆ ਉਹਨੂੰ ਪਾਪੀ ਗਿਣਿਆ ਜਾਂਦਾ। ਜਿਹਨੂੰ ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ, ਪਾਪ ਕਮਾਣਾ ਪਾਪੀ ਜਾਣੀਐ। ਹੁਣ ਜਿਹੜੇ ਜੀਵ ਸਿਰਫ ਸਤੋਗੁਣ ਤੱਕ ਸੀਮਿਤ ਰਹਿ ਜਾਂਦੇ ਆ, ਆਪਣੇ ਆਪ ਨੂੰ ਜਾਂ ਲੋਕੀ ਉਹਨਾਂ ਨੂੰ ਧਰਮਾਤਮਾ ਗਿਣਦੇ ਨੇ, ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿਹੜਾ ਜੀਵ ਇਸ ਮਾਰਗ 'ਤੇ ਤੁਰਦਾ ਆ, ਲਿਵ ਦੇ ਰਾਹ 'ਤੇ ਸਤੋਗੁਣ ਤੱਕ ਜਾਂਦਾ ਆ, ਜੇਕਰ ਅਸੀਂ ਸਤੋਗੁਣ ਤੱਕ ਸੀਮਿਤ ਰਹਿੰਦੇ ਹਾਂ ਅਤੇ ਚੌਥੇ ਪਦ ਵਿੱਚ ਨਹੀਂ ਜਾਂਦੇ, ਭਗਤੀ ਨਹੀਂ ਕਰਦੇ, ਅਰਥਾਤ ਕਿ ਉਸ ਸੱਚੇ ਨਾਮ ਨਾਲ ਨਹੀਂ ਜੁੜਦੇ ਜੋ ਸਾਡੇ ਅੰਦਰ ਆ, ਸਾਰਿਆਂ ਦੇ ਵਿੱਚ ਜੋ ਮਾਲਕ ਆਵਾਜ਼ ਦੇ ਰਿਹਾ ਆ, ਜੇ ਉਸ ਨਾਮ ਦੇ ਨਾਲ ਅਸੀਂ ਜੁੜਦੇ ਨਹੀਂ, ਅਤੇ ਫਿਰ ਸਾਡਾ ਜਿਹੜਾ ਮਨ ਆ ਇੱਥੇ ਤ੍ਰੈਗੁਣਾਂ ਤੱਕ ਸੀਮਿਤ ਰਹਿ ਜਾਂਦਾ, ਅਤੇ ਸਾਨੂੰ ਮੁੜ ਮੁੜ ਆਵਾਗੁਣ ਦੇ ਚੱਕਰ ਵਿੱਚ ਭੇਜਿਆ ਜਾਂਦਾ, ਅਰਥਾਤ ਕਿ ਸਾਡੇ ਜਨਮ ਮਰਨ ਦਾ ਗੇੜ ਜਿਹੜਾ ਉਹ ਮਿਟਦਾ ਨਹੀਂ। ਜੇਕਰ ਅਸੀਂ ਭਗਤੀ ਕਰਦੇ ਨਹੀਂ, ਜਿਹੜਾ ਸਤੋਗੁਣ 'ਤੇ ਵੀ ਜਾਂਦਾ ਆ ਅਤੇ ਪੁੰਨ ਕੋਈ ਕਰਦਾ ਆ, ਦਾਨ ਪੁੰਨ ਕਰਦਾ ਆ ਸੰਸਾਰ ਵਿੱਚ, ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਉਹਨਾਂ ਦੀ ਹਾਲਤ ਐਸੀ ਹੋ ਜਾਂਦੀ ਹੈ ਕਿ ਉਹਨਾਂ ਦੇ ਮਨ 'ਚੋਂ ਹਉਮੈ ਦਾ ਕੰਡਾ ਜਿਹੜਾ ਨਿਕਲਦਾ ਨਹੀਂ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਮੈਂ ਆਹ ਧਾਰਮਿਕ ਕਰਮ ਕੀਤਾ। ਜਿਹਨੂੰ ਮਹਾਰਾਜ ਕਹਿੰਦੇ ਆ ਕਿ ਧਰਮੀ ਧਰਮ ਕਰੇ ਗਾਵਾਵੇ, ਮੰਗੇ ਮੋਖ ਦੁਆਰ। ਕਈ ਸੋਚਦੇ ਆ ਇਸ ਸੰਸਾਰ ਵਿੱਚ, ਕਈ ਜੀਵ ਐਸੇ ਆ, ਉਹ ਕਹਿੰਦੇ ਕਿ ਪੁੰਨ ਕਰਮ ਕਰੋ ਅਤੇ ਤੁਹਾਨੂੰ ਮੋਖ ਪ੍ਰਾਪਤ ਹੋ ਜਾਊਗਾ। ਅਤੇ ਗੁਰੂ ਸਾਹਿਬ ਨੇ ਅਤੇ ਭਗਤਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਐਸੀ ਗੱਲ ਨਹੀਂ ਹੈ, ਕਿ ਮੋਖ ਅਰਥਾਤ ਅਮਰ ਪਦ ਵੀ ਤਾਂ ਪ੍ਰਾਪਤ ਹੋਊਗੀ ਸਾਨੂੰ ਜੇਕਰ ਅਸੀਂ ਹਰੀ ਦੇ ਨਾਮ ਨਾਲ ਅੰਦਰੋਂ ਜੁੜਾਂਗੇ। ਜਿਹੜਾ ਗੁਰਮੁਖ ਜਨ ਹੁੰਦਾ ਹੈ ਉਹ ਸੁਤੇ ਸਿੱਧ ਸਹਿਜ ਸੁਭਾਏ ਸਤੋਗੁਣੀ ਹੁੰਦਾ ਹੈ, ਉਹ ਉਂਝ ਹੀ ਪਰਉਪਕਾਰ ਕਰਦੇ ਰਹਿੰਦੇ ਅਤੇ ਉਹ ਆਪਣੇ ਮਨ 'ਚ ਉਸ ਨੂੰ ਗਿਣਦੇ ਨਹੀਂ, ਉਹਨਾਂ ਦੇ ਮਨ 'ਚ ਰਹਿੰਦਾ ਨਹੀਂ ਕਿ ਮੈਂ ਇਹ ਕੰਮ ਕੀਤਾ ਆ। ਜਿਹੜਾ ਭਗਤੀ ਨਹੀਂ ਕਰਦਾ, ਉਹ ਜੇ ਸਤੋਗੁਣ ਤੱਕ ਜਾਂਦਾ ਵੀ ਹੈ, ਤ੍ਰੈਗੁਣਾਂ ਦੇ ਵਿੱਚ ਜਿਹੜੇ ਮਨਮੁਖ ਫਸੇ ਹੁੰਦੇ ਆ, ਜੇ ਉਹ ਲਿਵ ਦਾ ਰਾਹ ਅਖਤਿਆਰ ਵੀ ਕਰਨ, ਕੋਈ ਪੁੰਨਦਾਨ ਕਰਨ, ਉਹਨਾਂ ਦੇ ਮਨ 'ਚ ਇਹ ਬੀਜ ਬੀਜਿਆ ਜਾਂਦਾ ਕਿ ਮੈਂ ਆਹ ਧਾਰਮਿਕ ਕਰਮ ਕੀਤਾ ਅਤੇ ਮੈਨੂੰ ਇਹਦਾ ਫਲ ਮਿਲਣਾ ਚਾਹੀਦਾ। ਕਈ ਫਿਰ ਇਸ ਸੰਸਾਰ ਵਿੱਚ ਸੋਚਦੇ ਕਿ ਧਾਰਮਿਕ ਕਰਮ ਕਰਕੇ ਅਸੀਂ ਸ਼ਾਇਦ ਉਹ ਮੁਕਤੀ ਮੰਗ ਸਕਦੇ ਹਾਂ। ਹੁਣ ਮੁਕਤੀ ਮੰਗਣ ਲੱਗ ਪੈਂਦੇ, ਅਤੇ ਮਹਾਰਾਜ ਕਹਿੰਦੇ ਆ ਕਿ ਧਰਮੀ ਧਰਮ ਕਰੇ ਗਾਵਾਵੇ, ਮੰਗੇ ਮੋਖ ਦੁਆਰ। ਉਹਨਾਂ ਦਾ ਧਰਮ ਕੀਤਾ ਹੋਇਆ ਜਿਹੜਾ ਧਾਰਮਿਕ ਕਰਮ ਆ, ਪੁੰਨ ਕਰਦੇ, ਦਾਨ ਕਰਦੇ ਆ, ਉਹ ਗਵਾ ਲੈਂਦੇ ਆ। ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਸੰਸਾਰ ਵਿੱਚ, ਜਿੱਥੇ ਅਸੀਂ ਗਿਣਾਉਂਦੇ ਹਾਂ ਕਿ ਮੈਂ ਆਹ ਕੰਮ ਕੀਤਾ, ਅਤੇ ਮਹਾਰਾਜ ਸਾਨੂੰ ਸਮਝਾਉਂਦੇ ਸਾਡਾ ਆਵਾਗੁਣ ਦਾ ਚੱਕਰ ਜਿਹੜਾ ਉਹ ਖਤਮ ਨਹੀਂ ਹੋ ਸਕਦਾ। ਜਿਹਨੂੰ ਮਹਾਰਾਜ ਕਹਿੰਦੇ ਆ, ਜਬ ਇਹ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਅਸੀਂ ਸਮਝਦੇ ਹਾਂ ਕਿ ਮੈਂ ਆਹ ਕਰਮ ਕੀਤਾ, ਉਨਾ ਚਿਰ ਤੱਕ ਸਾਡਾ ਜਿਹੜਾ ਗਰਭ ਜੋਨ ਦੇ ਵਿੱਚ ਆਉਣਾ ਜਾਣਾ ਖਤਮ ਨਹੀਂ ਹੋਣਾ, ਜਨਮ ਮਰਨ ਦਾ ਗੇੜ ਜਿਹੜਾ ਖਤਮ ਨਹੀਂ ਹੋ ਸਕਦਾ। ਜਦੋਂ ਅਸੀਂ ਸੇਵਾ ਵੀ ਕਰਦੇ ਹਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ, ਆਪਣੇ ਮਨ ਨੂੰ ਨਿਰਮਲ ਕਰਨ ਵਾਸਤੇ, ਕਿ ਨੀਵਾਂ ਕਰਨ ਵਾਸਤੇ, ਜਾਂ ਅਸੀਂ ਸ਼ਬਦ ਗੁਰੂ ਨਾਲ ਜੁੜ ਕੇ ਮਨ ਦੁਆਰਾ ਸੇਵਾ ਕਰਦੇ ਹਾਂ, ਜਾਂ ਅਸੀਂ ਪ੍ਰਮਾਤਮਾ ਨੂੰ ਵੇਖ ਵੇਖ ਕੇ ਸੇਵਾ ਕਰਦੇ ਹਾਂ, ਸਾਡੇ ਮਨ 'ਚ ਜਿਹੜੇ ਆ ਹਉਮੈ ਆਉਣੀ ਨਹੀਂ ਚਾਹੀਦੀ, ਨਿਸ਼ਕਾਮ ਹੋ ਕੇ ਸੇਵਾ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੈਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਾਡੇ 'ਚ ਆਸ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਪ੍ਰਮਾਤਮਾ ਨਾਲ ਮਿਲਣਾ ਹੈ ਜ਼ਿੰਦਗੀ ਦੇ ਵਿੱਚ। ਸੇਵਾ ਜਿਹੜੇ ਗੁਰਮੁਖ ਜਾਣੇ ਆ ਫਿਰ ਉਹ ਕਰਦੇ ਆ, ਸੁਤੇ ਸਿੱਧ ਕਰਦੇ ਆ, ਸਹਿਜ ਸੁਭਾਏ ਕਰਦੇ ਆ।
ਹੁਣ ਸਤੋਗੁਣ ਦਾ ਰਾਹ ਜਿਹੜਾ ਆ, ਕਿਉਂਕਿ ਇਹ ਦਇਆ, ਨਿਮਰਤਾ, ਸਹਿਣਸ਼ੀਲਤਾ, ਜਤ, ਸਤ, ਸੰਤੋਖ ਸਾਨੂੰ ਧਾਰਨ ਕਰਨਾ ਪੈਂਦਾ ਆ, ਤਾਂ ਅਸੀਂ ਚੌਥੇ ਪਦ ਵਿੱਚ ਜਾ ਸਕਦੇ ਹਾਂ। ਇਹ ਮਾਰਗ ਆ ਧਰਮ ਦਾ। ਤਾਂ ਮਹਾਰਾਜ ਨੇ ਕਹਿ ਦਿੱਤਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਕਿ ਵੱਡੇ ਭਾਗਾਂ ਵਾਲੇ ਉਹ ਨੇ ਜੋ ਇਸ ਧਰਮ ਦੀ ਪੌੜੀ 'ਤੇ ਚੜ੍ਹਦੇ ਆ, ਜਿਸ ਨੂੰ ਸੰਤ ਕਾ ਮਾਰਗ ਵੀ ਕਹਿ ਦਿੱਤਾ, ਲਿਵ ਦਾ ਰਾਹ, ਪਿਆਰ ਦਾ ਮਾਰਗ। ਇਸ ਰਾਤ ਨੂੰ ਅਸੀਂ ਤੈਅ ਕਰਕੇ ਦਇਆ, ਨਿਮਰਤਾ, ਸਹਿਣਸ਼ੀਲਤਾ, ਜਤ, ਸਤ, ਸੰਤੋਖ ਧਾਰਨ ਕਰਕੇ ਅਸੀਂ ਆਪਣੇ ਘਰ ਵਿੱਚ ਪ੍ਰਵੇਸ਼ ਹੋਣਾ। ਹੁਣ ਜਦੋਂ ਅਸੀਂ ਦਇਆ ਨੂੰ ਧਾਰਨ ਕਰਦੇ ਹਾਂ, ਦਇਆ ਜੇ ਸਾਡੇ ਵਿੱਚ ਹੋਊਗੀ ਤਾਂ ਹੀ ਸਾਡੇ ਵਿੱਚ ਧਰਮ ਦਾ ਵਾਸਾ ਹੋ ਸਕਦਾ। ਤਾਂ ਮਹਾਰਾਜ ਨੇ ਕਿਹਾ ਹੈ ਕਿ ਦਇਆ ਦੇ ਵਿੱਚੋਂ ਇਹ ਜਿਹੜਾ ਤ੍ਰੈਗੁਣਾਂ ਦੇ ਵਿੱਚ ਸਤੋਗੁਣ ਜਿਹੜਾ, ਇਹ ਸਾਡੇ ਲਈ ਜ਼ਰੂਰੀ ਆ ਜੇ ਅਸੀਂ ਗਾਂਹ ਵਧਣਾ ਹੈ। ਕਹਿੰਦੇ ਧਰਮ ਦਇਆ ਤੋਂ ਬਗੈਰ ਹੋ ਨਹੀਂ ਸਕਦਾ। ਤਾਂ ਕਹਿ ਦਿੱਤਾ ਕਿ ਧਰਮ ਨੂੰ ਦਇਆ ਦਾ ਪੁੱਤਰ ਵੀ ਕਹਿ ਦਿੱਤਾ, ਤੌਲ ਧਰਮ ਦਇਆ ਕਾ ਪੂਤ। ਤੁਸੀਂ ਦੇਖੋਗੇ ਲੋਕੀ, ਇਨਸਾਨ ਜਿਹੜੇ ਆ ਵੱਖ ਵੱਖ ਮਜ਼ਹਬਾਂ ਦੇ ਇਸ ਸੰਸਾਰ ਵਿੱਚ, ਸਾਰੇ ਆਪਣੇ ਆਪ ਨੂੰ ਧਾਰਮਿਕ ਜਾਂ ਆਪਣੇ ਆਪ ਨੂੰ ਰਿਲੀਜੀਅਸ ਸਮਝਦੇ ਨੇ, ਪਰ ਜੇ ਉਹਨਾਂ ਦੇ ਅੰਦਰ ਦਇਆ ਨਹੀਂ ਹੈਗੀ, ਨਫ਼ਰਤ ਹੈ ਅੰਦਰ, ਫਿਰ ਉਹ ਕੋਈ ਧਰਮੀ ਨਹੀਂ ਹੁੰਦੇ। ਉਹ ਹੁੰਦੇ ਆ ਨਾਸਤਕ, ਉਹ ਪ੍ਰਮਾਤਮਾ ਵੱਲੋਂ ਵੇਮੁਖ ਹੁੰਦੇ ਆ। ਹੁਣ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਅਸੀਂ ਇਸ ਮਾਰਗ 'ਤੇ ਚੱਲਣਾ ਹੈ ਅਤੇ ਅਸੀਂ ਉਸ ਅਸਲੀ ਧਰਮ ਨੂੰ ਹਾਸਲ ਕਰਨਾ, ਜਿਸ ਧਰਮ ਦੇ ਨਾਲ ਸਾਡੇ ਦਰਗਾਹ ਦੇ ਵਿੱਚ ਇੱਜ਼ਤ ਹੋਵੇ, ਉਹ ਹੈ ਨਾਮ ਨੂੰ ਦ੍ਰਿੜ ਕਰਨਾ। ਐਗਜ਼ੈਂਪਲ ਵਜੋਂ ਮਹਾਰਾਜ ਨੇ ਫਿਰ ਸਾਨੂੰ ਸਮਝਾਇਆ, ਕਹਿੰਦੇ ਕਿ ਇਸ ਸੰਸਾਰ ਵਿੱਚ ਜਿਹੜੇ ਜੀਵ ਆ, ਵੱਖ ਵੱਖ ਲੋਕ ਵੱਖ ਵੱਖ ਨਾਮ ਪਰਮਾਤਮਾ ਦਾ ਰੱਖਦੇ ਆ। ਜਿਹਨੂੰ ਮਹਾਰਾਜ ਕਹਿੰਦੇ ਆ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕਿ ਕੋਈ ਰਾਮ ਰਾਮ ਕਹਿੰਦਾ, ਕੋਈ ਖੁਦਾ ਕਹਿੰਦਾ ਹੈ। ਕੋਈ ਸੇਵੈ ਗੁਸਾਈਆਂ ਕੋਈ ਅੱਲਾ ਹੈ, ਕੋਈ ਗੁਸਾਈਆਂ ਦੀ ਸੇਵਾ ਕਰਦਾ ਹੈ, ਕੋਈ ਅੱਲਾ ਕਹਿੰਦਾ ਆ। ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ ਰਹਾਓ। ਸਾਰਿਆਂ ਦਾ ਮਕਸਦ ਤਾਂ ਇਹੀ ਆ ਕਿ ਉਸ ਪਰਮਾਤਮਾ ਨੂੰ ਮਿਲਾਪ ਕਰੀਏ, ਪਰਮਾਤਮਾ ਨਾਲ ਮਿਲਾਪ ਕਰੀਏ, ਪਰਮਾਤਮਾ ਦਾ ਗਿਆਨ ਸਾਨੂੰ ਹੋ ਜਾਏ। ਅਤੇ ਜਿੱਤੇ ਮਹਾਰਾਜ ਕਿਰਪਾ ਕਰਦੇ ਆ ਉਹਨੂੰ ਹੀ ਹੋਊਗਾ। ਅਤੇ ਮਹਾਰਾਜ ਸਾਨੂੰ ਫਿਰ ਗੁਰਬਾਣੀ ਵਿੱਚ ਇਸ ਸ਼ਬਦ ਵਿੱਚ ਸਮਝਾਉਂਦੇ ਨੇ, ਕਹਿੰਦੇ ਕੋਈ ਕਰਮ ਕਰਦਾ ਹੈ ਧਾਰਮਿਕ, ਕੋਈ ਕੁਝ ਕਰਦਾ ਹੈ, ਕੋਈ ਨਹਾਵੇ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ। ਕੋਈ ਤੀਰਥਾਂ 'ਤੇ ਚਲਿਆ ਜਾਂਦਾ ਹੈ, ਕੋਈ ਹੱਜ 'ਤੇ ਚਲਿਆ ਹੁੰਦਾ, ਕੋਈ ਪੂਜਾ ਕਰਦਾ ਹੈ, ਕੋਈ ਮੱਥਾ ਟੇਕੀ ਜਾਂਦਾ। ਕੋਈ ਪੜ੍ਹੇ ਵੇਦ, ਕੋਈ ਕਤੇਬ, ਕੋਈ ਓਢੈ ਨੀਲ, ਕੋਈ ਸਫੇਦ। ਕੋਈ ਵੇਦਾਂ ਨੂੰ ਪੜ੍ਹਦਾ ਆ, ਕੋਈ ਕੁਰਾਨ ਨੂੰ ਪੜ੍ਹ ਰਿਹਾ ਹੈ ਜਾਂ ਬਾਈਬਲ ਨੂੰ ਪੜ੍ਹ ਰਿਹਾ ਹੈ। ਕੋਈ ਨੀਲੇ ਕੱਪੜੇ ਪਹਿਨ ਲੈਂਦਾ, ਕੋਈ ਚਿੱਟੇ। ਫਿਰ ਆਪਣੇ ਆਪ ਨੂੰ ਵੱਖ ਵੱਖ ਮਜ਼ਹਬਾਂ ਮੁਤਾਬਕ ਅਖਵਾਉਂਦੇ ਨੇ। ਕੋਈ ਕਹਿੰਦਾ ਆਪਣੇ ਆਪ ਨੂੰ ਤੁਰਕ, ਕੋਈ ਆਪਣੇ ਆਪ ਨੂੰ ਹਿੰਦੂ ਕਹੀ ਜਾਂਦਾ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਛਾ ਪਿਸਤ, ਕੋਈ ਸੁਰਗਿੰਦੂ। ਫਿਰ ਆਪਣੀ ਆਪਣੀ ਭਾਸ਼ਾ ਮੁਤਾਬਕ ਕੋਈ ਕਹਿੰਦਾ ਕਿ ਉਹ ਪਿਸਤਾਂ ਨੂੰ ਜਾਣਾ ਚਾਹੁੰਦਾ, ਦੂਜਾ ਕਹਿੰਦਾ ਸਵਰਗਾਂ ਨੂੰ ਜਾਣਾ ਚਾਹੁੰਦਾ। ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾ ਦਿੱਤਾ, ਕਹਿੰਦੇ ਇੱਥੇ ਐਂਡ 'ਤੇ ਦੱਸਿਆ ਹੋਇਆ, ਕਹਿੰਦੇ ਇਸ ਸ਼ਬਦ ਵਿੱਚ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਹਨੇ ਹੁਕਮ ਨੂੰ ਪਛਾਣ ਲਿਆ, ਅਰਥਾਤ ਉਸ ਨਾਮ ਨੂੰ ਪਛਾਣ ਲਿਆ। ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ, ਉਹਨਾਂ ਨੇ ਸਾਹਿਬ ਪਰਮਾਤਮਾ ਦਾ ਭੇਦ ਪਾਇਆ। ਸੋ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ। ਅਸੀਂ ਵੀ ਹੁਣ ਜਿੱਦਾਂ ਕੋਈ ਰਾਮ ਰਾਮ ਕਰਦਾ, ਕੋਈ ਖੁਦਾ ਕਹਿੰਦਾ, ਅਸੀਂ ਵੀ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ। ਪਰ ਮਕਸਦ ਕੀ ਆ? ਮਕਸਦ ਇਹ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਅਸੀਂ ਉਸ ਅੰਦਰਲੇ ਨਾਮ ਨਾਲ ਜੁੜ ਜਾਈਏ, ਜੋ ਨਾਮ ਸਾਡੇ ਲਈ ਹੁਕਮ ਆ। ਤਾਂ ਮਹਾਰਾਜ ਨੇ ਕਿਹਾ ਕਿ ਇਹ ਖੋਜ ਆ। ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਕਿ ਮਹਾਰਾਜ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ, ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਕਿ ਰਾਮ ਦਾ ਨਾਮ ਬੋਲ ਬੋਲ ਕੇ ਵੱਡੇ ਭਾਗਾਂ ਵਾਲੇ ਆ ਜਿਹੜੇ ਖੋਜ ਕਰਦੇ ਆ। ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਕਰਦੇ ਆਪਣੇ ਸਰੀਰ ਦੀ ਖੋਜ ਕਰਨੀ ਆ, ਖੋਜ ਕਰਨੀ ਹੈ। ਅਤੇ ਖੋਜ ਕਰਦੇ ਕਰਦੇ ਉਸ ਨਾਮ ਤੱਕ ਉਪੜਨਾ ਆ, ਜਿਸ ਨਾਲ ਜੁੜ ਕੇ ਅਸਲੀ ਧਰਮ ਨੂੰ ਅਸੀਂ ਫਿਰ ਦ੍ਰਿੜ ਕਰ ਸਕਦੇ ਹਾਂ। ਜਿੱਦਾਂ ਹੁਣ ਅਸੀਂ ਦੇਖਦੇ ਹਾਂ ਸੰਸਾਰ ਵਿੱਚ ਧਰਮ ਦੇ ਜਿਹੜੇ ਅਰਥ ਆ, ਵੱਖ ਵੱਖ ਵਿਦਵਾਨ ਵੱਖ ਵੱਖ ਤਰੀਕੇ ਨਾਲ ਕਰਦੇ ਆ। ਕੋਈ ਇਹਨੂੰ ਨਿਯਮ ਕਹਿ ਦਿੰਦਾ,
ਕੋਈ ਕਹਿ ਦਿੰਦਾ ਫਰਜ਼। ਅਤੇ ਗੁਰੂ ਸਾਹਿਬ ਨੇ ਵੀ ਕਈ ਜਗ੍ਹਾ ਇਸ ਦਾ ਇਸਤੇਮਾਲ ਕਰਕੇ ਤ੍ਰੈਗੁਣਾਂ ਦੀ ਖੇਡ ਸਾਨੂੰ ਸਮਝਾਈ ਹੈ। ਜਿਵੇਂ ਕਿ ਕਈ ਕਹਿ ਦਿੰਦੇ ਕਿ ਫਰਜ਼ ਹੁੰਦਾ ਹਰੇਕ ਦਾ ਆਪਣਾ ਆਪਣੇ ਰੋਲ ਦੇ ਵਿੱਚ, ਜਿਵੇਂ ਪਤੀ ਦਾ ਕੋਈ ਫਰਜ਼ ਹੁੰਦਾ, ਪਤਨੀ ਦਾ ਕੋਈ, ਇੱਦਾਂ ਕਹਿ ਦਿੰਦੇ ਤ੍ਰੈਗੁਣਾਂ ਦੇ ਵਿੱਚ। ਅਤੇ ਕੋਈ ਕਹਿੰਦਾ ਬੱਚਿਆਂ ਦਾ ਫਰਜ਼ ਕੋਈ ਹੁੰਦਾ, ਮਾਤਾ ਪਿਤਾ ਦਾ ਕੋਈ ਹੁੰਦਾ। ਇੱਦਾਂ ਹੀ ਜਿਹੜੇ ਖੱਤਰੀ ਆ, ਬ੍ਰਾਹਮਣ ਆ, ਸ਼ੂਦਰ, ਵੈਸ਼, ਇਹਨਾਂ ਦੇ ਵੀ ਫਰਜ਼ ਵੱਖ ਵੱਖ ਗਿਣੇ ਗਏ। ਅਤੇ ਮਹਾਰਾਜ ਨੇ ਗੁਰਬਾਣੀ ਵਿੱਚ ਕਿਹਾ ਆ ਕਿ ਕਲਯੁੱਗ ਦਾ ਇਹੋ ਜਿਹਾ ਸਮਾਂ ਆ ਕਿ ਇੱਥੇ ਜਿਹੜੇ ਕਸ਼ੱਤਰੀ ਆ, ਖੱਤਰੀ ਆ, ਇਹਨਾਂ ਨੇ ਆਪਣਾ ਧਰਮ ਤਿਆਗ ਦਿੱਤਾ, ਅਰਥਾਤ ਕਿ ਇਹਨਾਂ ਨੇ ਆਪਣੇ ਫਰਜ਼ ਜਿਹੜੇ ਨਿਭਾਉਣੇ ਛੱਡ ਦਿੱਤੇ। ਖੱਤਰੀਆ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ, ਕਿ ਪਰਦੇਸੀਆਂ ਦੀ ਭਾਸ਼ਾ ਇਹਨਾਂ ਨੇ ਧਾਰਨ ਕਰ ਲਈ। ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ ਹੋਇਆ, ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਕਿ ਕਲਯੁੱਗ ਦੇ ਵਿੱਚ ਐਸਾ ਹੋਇਆ ਹੈ। ਉਸ ਵੇਲੇ ਜੋ ਮਹਾਰਾਜ ਨੇ ਦੇਖਿਆ ਦ੍ਰਿਸ਼ ਕਿ ਕਿਵੇਂ ਖੱਤਰੀ ਦੇ ਧਰਮ ਬਣਦਾ ਹੈ ਕਿ ਪ੍ਰਜਾ ਦੀ ਰੱਖਿਆ ਕਰਨੀ, ਉਹ ਹੋ ਨਹੀਂ ਰਹੀ। ਅਤੇ ਜਿਹੜੇ ਇਨਵੇਡਰ ਆ, ਉਹ ਜਿਹੜੇ ਮੁਗਲ ਆ ਗਏ ਉਸ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਉਸ ਵੇਲੇ, ਕਿ ਉਹਨਾਂ ਦੀ ਭਾਸ਼ਾ ਇਹ ਵੀ ਬੋਲਣ ਲੱਗ ਪਿਆ। ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਕਈ ਜਗ੍ਹਾ ਜਿਵੇਂ ਕਈ ਕਹਿ ਦਿੰਦੇ ਆ ਕਿ ਧਰਮ ਦੀ ਪਰਿਭਾਸ਼ਾ ਜੀ ਨਿਯਮ ਆ, ਅਤੇ ਉਂਝ ਜਿਹੜਾ ਤ੍ਰੈਗੁਣਾਂ ਦੇ ਵਿੱਚ ਇਹ ਅਰਥ ਕੀਤਾ ਜਾਂਦਾ। ਕਈ ਫਿਰ ਕਹਿ ਦਿੰਦੇ ਜਿਵੇਂ ਕਿ ਅਗਨ ਹੁੰਦੀ ਹੈ, ਅਗਨ ਨੇ ਸਾੜਨਾ ਹੀ ਹੁੰਦਾ, ਉਹਦਾ ਨਿਯਮ ਆ, ਉਹਨੇ ਇਹ ਕਰਨਾ ਹੀ ਆ। ਇੱਦਾਂ ਹੀ ਮਹਾਰਾਜ ਨੇ ਫਿਰ ਸਾਨੂੰ ਇੱਕ ਜਗ੍ਹਾ ਕਿਹਾ ਹੋਇਆ ਕਿ ਜੇ ਅਸੀਂ ਦੁਬਿਧਾ ਆਪਣੇ ਮਨ 'ਚੋਂ ਮਿਟਾ ਲੈਂਦੇ ਹਾਂ, ਖਿਮਾ ਦੇ ਵਿੱਚ ਰਵਾਂਗੇ, ਕਿ ਅਗਲੇ ਨੂੰ ਮਾਫ਼ ਕੀਤਾ, ਕਿ ਸਾਨੂੰ ਕਰਮਾਂ ਦੇ ਜਿਹੜੇ ਨਿਯਮ ਆ ਉਹ ਹੈ ਕਿ ਜਿਹਾ ਜਿਹਾ ਕਰਮ ਅਸੀਂ ਬੀਜਦੇ ਹਾਂ ਉਹ ਜਿਹਾ ਸਾਨੂੰ ਫਲ ਭੁਗਤਣਾ ਪੈਂਦਾ। ਉੱਥੇ ਫਿਰ ਮਹਾਰਾਜ ਕਹਿੰਦੇ ਆ ਕਿ ਜੇਕਰ ਅਸੀਂ ਦੁਬਿਧਾ ਨੂੰ ਮਿਟਾ ਲਈਏ ਅਤੇ ਖਿਮਾ ਦੇ ਵਿੱਚ ਰਹੀਏ, ਅਤੇ ਫਿਰ ਸਾਨੂੰ ਐਸਾ ਕਰਮ ਦਾ ਜਿਹੜਾ ਨਿਯਮ ਆ ਉਹ ਬਿਲਕੁਲ ਝੱਲਣਾ ਨਹੀਂ ਪੈਣਾ। ਉਹਦੀ ਸੂਲ ਜਿਹੜੀ ਆ ਕਿ ਅਸੀਂ ਕਰਮ ਮਾੜਾ ਬੀਜਿਆ ਅਤੇ ਸਾਨੂੰ ਫਿਰ ਉਹਦਾ ਦੁੱਖ ਮਿਲਿਆ। ਜਿਹਨੂੰ ਮਹਾਰਾਜ ਕਹਿੰਦੇ ਦੁਬਿਧਾ ਮੇਟ ਖਿਮਾ ਗਿਆ ਰਹੇ ਹੋ, ਕਰਮ ਧਰਮ ਕੀ ਸੂਲ ਨਾ ਸਹਿਓ। ਧਰਮ ਜਿਹੜਾ ਆ, ਜਦੋਂ ਉਂਝ ਅਸੀਂ ਦ੍ਰਿਸ਼ਟਮਾਨ ਦੇ ਵਿੱਚ ਇੱਦਾਂ ਧਾਰਮਿਕ ਕਰਮ ਕਰਦੇ ਹਾਂ, ਇਹ ਤਾਂ ਸਤੋਗੁਣੀ ਰਾਹ ਆ, ਇਹਦੇ ਵਿੱਚ ਸੂਲ ਨਹੀਂ ਸਾਡੇ ਚੁੱਭਣੀ ਹੁੰਦੀ। ਇੱਥੇ ਫਿਰ ਨਿਯਮ ਦੀ ਗੱਲ ਕੀਤੀ ਹੋਈ ਹੈ ਕਿ ਕਰਮਾਂ ਦਾ ਨਿਯਮ ਇਹ ਆ ਕਿ ਜਿਹਾ ਬੀਜਿਆ ਸੋ ਲੁਣਿਆ, ਕਰਮਾ ਸੰਧੜਾ ਖੇਤ, ਕਿ ਜਿਹਾ ਜਿਹਾ ਅਸੀਂ ਬੀਜਦੇ ਹਾਂ ਕਰਮ, ਉਹ ਫਿਰ ਸਾਨੂੰ ਵੱਢਣਾ ਪੈਂਦਾ, ਜੋ ਉਹ ਫਲ ਫਿਰ ਮਿਲਦਾ ਆ ਉਸ ਦਾ। ਅਤੇ ਇੱਥੇ ਮਹਾਰਾਜ ਨੇ ਸਮਝਾ ਦਿੱਤਾ ਕਿ ਜੇਕਰ ਫਰਜ਼ ਕੀਤਾ ਅਸੀਂ ਦੁਬਿਧਾ ਅੰਦਰੋਂ ਮਿਟਾ ਲਈਏ, ਖਿਮਾ ਦੇ ਵਿੱਚ ਰਹਿੰਦੇ ਹਾਂ, ਅਤੇ ਫਿਰ ਸਾਨੂੰ ਇਹ ਕਰਮਾਂ ਦੇ ਜਿਹੜੇ ਸੂਲ ਆ, ਕਰਮਾਂ ਦੇ ਜਿਹੜੇ ਨਿਯਮ ਆ, ਸੂਲ ਇਹ ਚੁੱਭਣੀ ਨਹੀਂ। ਹੁਣ ਮਹਾਰਾਜ ਨੇ ਫਿਰ ਸਾਨੂੰ ਸਮਝਾਇਆ ਹੋਇਆ ਕਿ ਇਹ ਸਾਡਾ ਜਿਹੜਾ ਸਰੀਰ ਆ, ਇਹਨੂੰ ਵੀ ਧਰਮ ਕਹਿ ਦਿੱਤਾ। ਮਹਾਰਾਜ ਫਰਮਾਉਂਦੇ ਨੇ ਗੁਰਬਾਣੀ ਵਿੱਚ, ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੌਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਕਿ ਇਹ ਸਰੀਰ ਜਿਹੜਾ ਸਾਡਾ, ਇਹ ਧਰਮ ਆ, ਇਸ ਦੇ ਵਿੱਚ ਜੋਤ ਆ ਪਰਮਾਤਮਾ ਦੀ, ਅਤੇ ਇਹਦੇ ਵਿੱਚ ਇੱਕ ਗੂਝ ਰਤਨ ਰੱਖਿਆ ਹੋਇਆ ਜਿਹੜਾ ਲੁਕਾਇਆ ਹੋਇਆ ਆ, ਕੋਈ ਗੁਰਮੁਖ ਸੇਵਕ ਇਹਨੂੰ ਕੱਢ ਕੇ ਪ੍ਰਗਟ ਕਰ ਦਿੰਦਾ। ਅਤੇ ਇਸ ਨੂੰ ਧਰਮ ਤਾਂ ਕਿਹਾ ਕਿਉਂਕਿ ਇਹ ਇੱਕ ਭੂਮੀ ਹੈ ਸਾਡੀ ਸਰੀਰ, ਜਿਸ ਦੇ ਵਿੱਚ ਅਸੀਂ ਨਾਮ ਨੂੰ ਬੀਜਣਾ ਹੁੰਦਾ। ਮਹਾਰਾਜ ਕਹਿੰਦੇ ਧਰਮ ਭੂਮ ਸਤ ਬੀਜ ਕਰ, ਐਸੀ ਕਿਰਸ ਕਮਾਵੋ, ਤਾਂ ਵਪਾਰੀ ਜਾਣੀਓ ਲਾਹਾ ਲੈ ਜਾਵੋ। ਇਹਦੇ ਵਿੱਚ ਨਾਮ ਨੂੰ ਬੀਜਣਾ ਹੁੰਦਾ, ਨਾਮ ਬੀਜ ਜਿਹੜਾ ਆ, ਅਤੇ ਸਤ ਪਰਮਾਤਮਾ ਨੂੰ ਅਸੀਂ ਵਸਾਉਣਾ ਹੁੰਦਾ। ਤਾਂ ਇਸ ਭੂਮੀ ਨੂੰ, ਸਾਡੇ ਸਰੀਰ ਨੂੰ ਧਰਮ ਕਹਿ ਦਿੱਤਾ ਹੈ, ਕਿਉਂਕਿ ਇਸ ਦਾ ਹੀ ਖੋਜ ਕਰਕੇ ਸਾਨੂੰ ਉਸ ਅਸਲੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਅਤੇ ਮਹਾਰਾਜ ਨੇ ਫਿਰ ਸਾਨੂੰ ਸਮਝਾਇਆ ਹੋਇਆ, ਜੇਕਰ ਅਸੀਂ ਫਿਰ ਹੋਰ ਦੇਖਦੇ ਹਾਂ, ਗੁਰਬਾਣੀ ਦੇ ਵਿੱਚ ਖੋਜ ਕਰਦੇ ਹਾਂ, ਮਹਾਰਾਜ ਕਹਿੰਦੇ ਕਿ ਧਰਮ ਇੱਕ ਫੁੱਲ ਆ, ਜਿਸ ਦੇ ਨਾਲ ਸਾਨੂੰ ਫਿਰ ਫਲ ਦੀ ਪ੍ਰਾਪਤੀ ਹੁੰਦੀ ਹੈ, ਉਹ ਹੈ ਗੁਰੂ ਦਾ ਗਿਆਨ। ਮਹਾਰਾਜ ਕਹਿੰਦੇ ਧਰਮ ਫੁੱਲ, ਫਲ ਗੁਰ ਗਿਆਨ ਦ੍ਰਿੜਾਇਆ, ਬੇਕਾਰ ਬਾਸ ਜਗ ਦੀਜੈ। ਜਦੋਂ ਅਸੀਂ ਇਸ ਧਰਮ ਨਾਲ ਜੁੜਦੇ ਹਾਂ, ਜੋ ਗੁਰੂ ਦੀ ਸਿੱਖਿਆ ਹੁੰਦੀ ਆ, ਅਸੀਂ ਫਿਰ ਇਹ ਜਿਹੜੀ ਵਾਸ਼ਨਾ ਆ ਉਸ ਫੁੱਲ ਦੀ, ਉਹ ਸਾਰੇ ਪਾਸੇ ਇਸ ਸੰਸਾਰ ਵਿੱਚ ਫੈਲਾ ਸਕਦੇ ਹਾਂ।
ਸਾਰੇ ਪਾਸੇ ਅਸੀਂ ਧਰਮ ਜਿਹੜਾ ਆ, ਅਸੀਂ ਧਾਰਮਿਕ ਸਿੱਖਿਆ ਜਿਹੜੀ ਆ ਉਹ ਫੈਲਾ ਦਿੰਦੇ ਹਾਂ। ਇਹ ਸੁਗੰਧੀ ਦਿੰਦੇ ਆ ਉਸ ਫੁੱਲ ਦੀ ਗਾਂਹ ਜਾ ਕੇ। ਹੁਣ ਤ੍ਰੈਗੁਣਾਂ ਦੇ ਵਿੱਚ ਜਿਵੇਂ ਵਿਚਾਰ ਕੀਤੀ ਸੀ ਕਿ ਤ੍ਰੈਗੁਣਾਂ ਦੇ ਵਿੱਚ ਅਰਥ ਦਾ ਨਿਯਮ ਕਦੇ ਕੀਤਾ ਜਾਂਦਾ, ਕਦੇ ਫਰਜ਼ ਕੀਤਾ ਜਾਂਦਾ, ਕੋਈ ਮਜਬ ਕਰੀ ਜਾਂਦਾ। ਮਹਾਰਾਜ ਨੇ ਫਿਰ ਸਾਨੂੰ ਸਮਝਾ ਦਿੱਤਾ ਕਿ ਇਹ ਸਾਰੇ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਇਹੀ ਆ, ਨਾਮ ਨੂੰ ਦ੍ਰਿੜ ਕਰਨਾ, ਜਿਹਨੂੰ ਮਹਾਰਾਜ ਕਹਿੰਦੇ ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਕੇ ਨਿਰਮਲ ਕਰਮ ਕਰਨਾ, ਅਰਥਾਤ ਉਹ ਕਰਮ ਜਿਸ ਦੇ ਨਾਲ ਸਾਡੇ ਮੈਲ ਨਹੀਂ ਲੱਗ ਸਕਦੀ ਮਨ ਨੂੰ। ਉਹ ਹੁੰਦਾ ਕਿ ਚੌਥੇ ਪਦ ਹੈ ਬਾਣੀ ਦੀ ਵਿਚਾਰ ਕਰਨੀ, ਨਾਮ ਦੀ ਵਿਚਾਰ ਕਰਨੀ। ਉਹ ਅਸਲੀ ਕਰਮ ਆ ਜਿਸ ਦੁਆਰਾ ਸਾਨੂੰ ਤ੍ਰੈਗੁਣਾਂ ਦੀ ਮੈਲ ਨਹੀਂ ਲੱਗਦੀ। ਫਿਰ ਉਹ ਧਰਮ ਨੂੰ ਨਿਭਾਉਣਾ ਅਸੀਂ, ਉਹ ਸ੍ਰੇਸ਼ਟ ਕਰਮ ਆ। ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦਾ ਨਾਮ ਜਪ ਕੇ ਨਿਰਮਲ ਐਸਾ ਕਰਮ ਕਰਕੇ ਉਹ ਅਸੀਂ ਸਭ ਤੋਂ ਸ੍ਰੇਸ਼ਟ ਧਰਮ ਨੂੰ ਨਿਭਾ ਰਹੇ ਹਾਂ। ਹੁਣ ਮਹਾਰਾਜ ਨੇ ਫਿਰ ਗੁਰਬਾਣੀ 'ਚ ਦੱਸ ਦਿੱਤਾ, ਕਹਿੰਦੇ ਕਿ ਸਾਧੂਆਂ ਦੀ ਜਿਹੜੀ ਧੂੜੀ ਹੁੰਦੀ ਆ ਉਹਦੇ ਵਿੱਚ ਜਦੋਂ ਸਾਡਾ ਮਨ ਇਸ਼ਨਾਨ ਕਰਦਾ ਆ ਤੇ ਸਾਨੂੰ ਧਰਮ ਦੀ ਪ੍ਰਾਪਤੀ ਹੋ ਜਾਂਦੀ। ਮਹਾਰਾਜ ਕਹਿੰਦੇ ਸਾਧ ਰੇਣ ਮਜਨ ਸਭ ਧਰਮ। ਹੁਣ ਇਹ ਕਿਉਂ ਕਿਹਾ ਆ? ਸਾਧੂਆਂ ਦੀ ਜਿਹੜੀ ਰੇਣ ਆ ਉਹ ਹੈ ਉਹਨਾਂ ਦੇ ਜਿਹੜੇ ਬਚਨ ਆ। ਜਦੋਂ ਅਸੀਂ ਉਹਨਾਂ ਦੇ ਬਚਨ ਸੁਣਦੇ ਹਾਂ, ਉਹ ਧੂੜੀ ਸਾਡੇ ਮਨ 'ਤੇ ਪੈਂਦੀ ਆ ਅਤੇ ਸਾਡਾ ਜਿਹੜਾ ਮਨ ਆ ਉਹ ਧਰਮ ਨੂੰ ਪ੍ਰਾਪਤ ਕਰਦਾ ਆ। ਜਿਹਨੂੰ ਮਹਾਰਾਜ ਕਹਿੰਦੇ ਆ ਹਰ ਅੰਮ੍ਰਿਤ ਬਾਣੀ ਗਾਵੈ, ਸਾਧਾਂ ਕੀ ਧੂਰੀ ਨਾਵੈ। ਕਿ ਜੋ ਅੰਮ੍ਰਿਤਮਈ ਬਚਨ ਗੁਰਮੁਖ ਜਨ ਬੋਲਦੇ ਆ, ਗੁਰਬਾਣੀ ਦੀ ਵਿਆਖਿਆ ਕਰਦੇ ਆ, ਉਹ ਅਸੀਂ ਸਾਧੂਆਂ ਦੀ ਧੂੜੀ ਦੇ ਵਿੱਚ ਸਾਡਾ ਜਿਹੜਾ ਮਨ ਆ ਉਸ ਵੇਲੇ ਇਸ਼ਨਾਨ ਕਰ ਰਿਹਾ ਹੁੰਦਾ। ਜਦੋਂ ਸਾਡਾ ਮਨ ਉਸ ਬਚਨਾਂ ਨੂੰ ਸੁਣਦਾ ਹੈ ਅਤੇ ਮਹਾਰਾਜ ਕਹਿੰਦੇ ਆ ਮਨ ਤਨ ਧੋਵੈ ਸ਼ਬਦ ਵਿਚਾਰੇ, ਕਿ ਸਾਡਾ ਮਨ ਅਤੇ ਸਰੀਰ ਸ਼ੁੱਧ ਹੋ ਜਾਂਦੇ ਆ ਉਹਨਾਂ ਬਚਨਾਂ ਨੂੰ ਸੁਣ ਕੇ, ਸ਼ਬਦੀ ਵਿਚਾਰ ਨੂੰ ਸੁਣ ਕੇ। ਇਸ ਤਰੀਕੇ ਦੇ ਨਾਲ ਅਸੀਂ ਉਸ ਫਿਰ ਨਾਮ ਦਾ ਭੇਦ ਲੈ ਲੈਂਦੇ ਹਾਂ ਅਤੇ ਨਾਮ ਨਾਲ ਜੁੜ ਕੇ ਫਿਰ ਅਸੀਂ ਉਸ ਮਾਲਕ ਨਾਲ ਮਿਲਾਪ ਕਰਨਾ ਹੁੰਦਾ। ਹੁਣ ਜੇਕਰ ਅਸੀਂ ਸਿਰਫ ਦ੍ਰਿਸ਼ਟਮਾਨ ਤੱਕ ਸੀਮਿਤ ਰਹਿੰਦੇ ਹਾਂ ਕਿ ਫਲਾਨਾ ਹਿੰਦੂ ਆ, ਫਲਾਨਾ ਮੁਸਲਮਾਨ ਆ, ਫਲਾਨਾ ਈਸਾਈ ਆ, ਅਸੀਂ ਆਪਣੇ ਆਪ ਨੂੰ ਸਿੱਖ ਖਵਾਉਂਦੇ ਹਾਂ। ਅਤੇ ਮਹਾਰਾਜ ਨੇ ਦੱਸਿਆ ਹੋਇਆ ਕਿ ਦ੍ਰਿਸ਼ਟਮਾਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਆ ਕਿ ਇਸ ਤਰੀਕੇ ਦੇ ਨਾਲ ਸਾਰਿਆਂ ਨੇ ਆਪਣੇ ਆਪ ਲੇਬਲ ਲਾ ਲਿਆ ਅਤੇ ਆਪਣੇ ਆਪਣੇ ਕਰਮ ਕਰ ਰਹੇ ਆ ਸੰਸਾਰ 'ਚ, ਆਪਣੇ ਆਪਣੇ ਮਜ਼ਮਾਂ ਦੇ ਸਿੱਖਿਆ ਮੁਤਾਬਕ। ਮਹਾਰਾਜ ਕਹਿੰਦੇ ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ੍ਹ ਗਲ ਪਾਵੈ। ਕਿ ਇੱਕ ਹਿੰਦੂ ਜਿਹੜਾ ਆ ਉਹਦੇ ਘਰ 'ਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹਨੂੰ ਵੀ ਹਿੰਦੂ ਅਖਾਉਣ ਲੱਗ ਪੈਂਦੇ, ਉਹਦੇ ਜਨੇਊ ਪਹਿਨ ਦਿੰਦੇ ਆ। ਸੂਤ ਜਨੇਊ ਪੜ੍ਹ ਗਲ ਪਾਵੈ, ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਏ। ਪਰ ਕਹਿੰਦੇ ਕਿ ਜਦੋਂ ਜਨੇਊ ਭਾਵੇਂ ਉਹਨੇ ਪਾ ਲਿਆ ਪਰ ਮਾੜੇ ਕਰਮ ਕਰਦਾ ਹੈ ਸੰਸਾਰ ਵਿੱਚ, ਕਹਿੰਦੇ ਕਿ ਜੋ ਵੀ ਨਹਾਤਾ ਧੋਤਾ ਉਹਨੇ ਕੀਤਾ ਹੋਇਆ ਹੈ ਇੱਥੇ ਸੰਸਾਰ ਵਿੱਚ, ਕਹਿੰਦੇ ਉਹ ਦਰਗਾਹ ਲਈ ਜਗ੍ਹਾ ਨਹੀਂ ਉਹਨੂੰ ਮਿਲਦੀ। ਫਿਰ ਦੂਜੇ ਪਾਸੇ ਕਹਿੰਦੇ ਮੁਸਲਮਾਨ ਕਰੇ ਵਡਿਆਈ, ਮੁਸਲਮਾਨ ਆਪਣੇ ਸ਼ਰ੍ਹਾ ਦੀ ਸਿਫਤ ਕਰਦੇ ਆ, ਆਪਣੇ ਧਰਮ ਦੀ ਸਿਫਤ ਕਰਦੇ ਆ। ਪਰ ਮਹਾਰਾਜ ਕਹਿੰਦੇ ਵਿਣ ਗੁਰ ਪੀਰੈ ਕੋ ਥਾਏ ਨਾ ਪਾਏ। ਮਹਾਰਾਜ ਕਹਿੰਦੇ ਜਿਹਨੇ ਗੁਰੂ ਪੀਰ ਧਾਰਨ ਨਹੀਂ ਨਾ ਕੀਤਾ ਉਹਨੂੰ ਜਗ੍ਹਾ ਨਹੀਂ ਮਿਲਦੀ ਦਰਗਾਹ ਦੇ ਵਿੱਚ। ਰਾਹੋ ਦਸਾਏ ਉੱਥੇ ਕੋ ਜਾਏ, ਕਰਨੀ ਬਾਜੋ ਪਿਸਤ ਨਾ ਪਾਏ। ਮਹਾਰਾਜ ਕਹਿੰਦੇ ਕਿ ਰਾਹ ਜਿਹੜਾ ਹੈ ਦੱਸਿਆ ਹੋਇਆ ਭਗਤਾਂ ਨੇ, ਗੁਰੂ ਸਾਹਿਬਾਨ ਨੇ, ਕਹਿੰਦੇ ਕਿ ਉੱਥੇ ਕੋਈ ਵਿਰਲਾ ਹੀ ਆ ਜਿਹੜਾ ਜਾਂਦਾ ਆ। ਕਰਨੀ ਬਾਜੋ ਪਿਸਤ ਨਾ ਪਾਏ, ਕਹਿੰਦੇ ਜੇ ਚੰਗੇ ਕਰਮ ਨਹੀਂ, ਪਿਸਤ ਜਿਹੜੀ ਆ, ਪਿਸਤ ਜਿਹੜੇ ਸਵਰਗ ਆ ਉਸ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਸਵਰਗ ਤੋਂ ਗਾਂਹ ਤੱਕ ਕਿਵੇਂ ਜਾਣਾ, ਹੈ ਨਾ। ਫਿਰ ਕਹਿੰਦੇ ਜਿਹੜੇ ਜੋਗੀ ਆ ਉਹਨਾਂ ਦੇ ਘਰ ਵੀ ਜੁਗਤੀ ਦੱਸੀ ਜਾਂਦੀ ਆ। ਜੋਗੀ ਕਹਿ ਕਰ ਜੁਗਤ ਦਸਾਈ, ਤਿਤ ਕਾਰਨ ਕਨ ਮੁੰਦਰਾ ਪਾਏ। ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੇ ਕਿੱਥੇ ਸਿਰਜਣਹਾਰ। ਉਹ ਵੀ ਜੋਗੀ ਜਿਹੜੇ ਆ ਉਹ ਆਪਣੇ ਕੰਨਾਂ 'ਚ ਮੁੰਦਰਾ ਪਾ ਲੈਂਦੇ ਆ, ਸੰਸਾਰ ਵਿੱਚ ਫਿਰਦੇ ਆ ਅਤੇ ਘਰ-ਬਾਰ ਤਿਆਗ ਲਿਆ ਉਹਨਾਂ ਨੇ। ਅਤੇ ਮਹਾਰਾਜ ਕਹਿੰਦੇ ਸੰਸਾਰ ਵਿੱਚ ਹਰੇਕ ਪਾਸੇ ਤਾਂ ਹੈ ਤਾਂ ਪਰਮਾਤਮਾ, ਜਿੱਥੇ ਕਿੱਥੇ ਸਿਰਜਣਹਾਰ।
ਜੇਤੇ ਜੀ ਤੇਤੇ ਵਟਾਓ। ਜਿੰਨੇ ਵੀ ਅਸੀਂ ਆਏ ਹਾਂ ਸਾਰੇ ਸੰਸਾਰ ਵਿੱਚ ਜੀਵ, ਅਸੀਂ ਇੱਥੇ ਆਏ ਹਾਂ, ਅਸੀਂ ਸਾਰੇ ਪ੍ਰਾਹੁਣੇ ਹਾਂ, ਸਾਰੇ ਸੰਸਾਰ ਵਿੱਚ ਮੁਸਾਫਰ ਬਣ ਕੇ ਆਏ ਹਾਂ। ਜੇਤੇ ਜੀ ਤੇਤੇ ਵਟਾਓ, ਚੀਰੀ ਆਈ ਢਿਲ ਨਾ ਖਾਓ। ਜਦੋਂ ਦਰਗਾਹ ਦੇ ਵਿੱਚ ਸਾਡੀ ਚਿੱਠੀ ਪਾੜੀ ਜਾਂਦੀ ਆ, ਵਾਰੰਟ ਅਰਥਾਤ ਇਸ਼ੂ ਕੀਤਾ ਜਾਂਦਾ ਹੈ, ਅਤੇ ਸਾਨੂੰ ਇੱਥੋਂ ਸਰੀਰ ਛੱਡ ਕੇ ਜਾਣਾ ਪੈਂਦਾ। ਇੱਥੇ ਜਾਣਾ ਸੋ ਜਾਏ ਸਿਆਣੇ। ਜਿਹਨੇ ਇੱਥੇ ਪ੍ਰਮਾਤਮਾ ਨੂੰ ਜਾਣ ਲਿਆ, ਅਰਥਾਤ ਕਿ ਜਿਹਨੇ ਪਛਾਣ ਲਿਆ ਪ੍ਰਮਾਤਮਾ ਨੂੰ, ਉਹਨੂੰ ਹੀ ਦਰਗਾਹ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੋਊਗੀ। ਇੱਥੇ ਮਤਲਬ ਜੀਵਨ ਜੀਂਦਿਆਂ ਜੀ ਜਿਹਨੇ ਪ੍ਰਮਾਤਮਾ ਦੀ ਪਛਾਣ ਕਰ ਲਈ, ਉਹਨੂੰ ਫਿਰ ਜਾ ਕੇ ਪ੍ਰਮਾਤਮਾ ਦੀ ਉੱਥੇ ਪ੍ਰਾਪਤੀ ਹੋਊਗੀ, ਉੱਥੇ ਵੀ ਉਹਦੀ ਪਛਾਣ ਹੋਣੀ ਹੈ। ਜਿਹਨੇ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ, ਨਾਮ ਤੱਕ ਉਪੜੇ ਨਹੀਂ, ਉਹ ਫਿਰ ਦਰਗਾਹ ਦੇ ਵਿੱਚ ਉਹਨਾਂ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਹੋਰ ਫੱਕੜ ਹਿੰਦੂ ਮੁਸਲਮਾਨ ਹੈ। ਫੱਕੜ ਮਤਲਬ ਕਿ ਫੋਕਟ ਦਾਅਵੇ ਕਰਨੇ, ਉੱਦਾਂ ਹੀ ਗੱਲਾਂ ਕਰੀ ਜਾਣੀਆਂ। ਮਾਰੇ ਕਹਿੰਦਾ ਹੋਰ ਫੱਕੜ ਹਿੰਦੂ ਮੁਸਲਮਾਨ ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜੋ ਤਰੈ ਨ ਕੋਏ। ਕਹਿੰਦੇ ਸਾਰਿਆਂ ਦਾ ਲੇਖਾ ਜੋਖਾ ਹੋਣਾ ਆ ਉਸ ਦਰ 'ਤੇ, ਅਤੇ ਜੇ ਸੱਚੀ ਕਰਨੀ ਨਹੀਂ, ਸੱਚਾ ਧਰਮ ਦ੍ਰਿੜ ਨਹੀਂ ਕੀਤਾ, ਅਤੇ ਕਹਿੰਦੇ ਕੋਈ ਤਰ ਨਹੀਂ ਸਕਦਾ। ਕਰਨੀ ਬਾਜੋ ਤਰੈ ਨ ਕੋਏ, ਸੱਚੋ ਸੱਚ ਵਿਖਾਣਾ ਕੋਏ, ਨਾਨਕ ਅੱਗੇ ਪੁੱਛ ਨਾ ਹੋਏ। ਜਿਹੜਾ ਸੱਚ ਧਰਮ ਅਰਥਾਤ ਨਾਮ ਨੂੰ ਦ੍ਰਿੜ ਕਰਨਾ, ਸੱਚ ਨੂੰ ਦ੍ਰਿੜ ਕਰਨਾ, ਉਹਦੀ ਵਿਆਖਿਆ ਕਰਦਾ ਹੋਵੇ, ਕਹਿੰਦੇ ਕਿ ਅਰਥਾਤ ਕਿ ਉਹ ਵਿਆਖਿਆ ਤਾਂ ਹੀ ਕਰੂਗਾ ਜੇ ਉਹ ਸੱਚ ਧਰਮ ਨੂੰ ਜਾਣਦਾ ਆ, ਨਾਮ ਨੂੰ ਜਾਣਦਾ ਆ। ਕਹਿੰਦੇ ਉਹਦੇ ਲਈ ਕੋਈ ਲੇਖਾ ਜੋਖਾ ਨਹੀਂ ਹੋਣਾ, ਗਾਂ ਉਹਦੀ ਪੁੱਛ ਨਹੀਂ ਹੋਣੀ। ਬਾਕੀ ਜਿੰਨੇ ਵੀ ਜੀਵ ਸੰਸਾਰ ਵਿੱਚ ਪੁੰਨ ਦਾਨ ਕਰਦੇ ਆ ਨਾ, ਉਹਨਾਂ ਨੂੰ ਸਾਰਿਆਂ ਦਾ ਉਹਦਾ ਲੇਖਾ ਜੋਖਾ ਹੋਣਾ। ਉਹ ਧਰਮ ਰਾਜ ਦੀ ਕਚਹਿਰੀ 'ਚ ਉਹਨਾਂ ਨੂੰ ਜਾਣਾ ਪਊਗਾ। ਜਿਹਨੂੰ ਮਹਾਰਾਜ ਕਹਿੰਦੇ ਆ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਕਿ ਧਰਮ ਰਾਜੇ ਦੇ ਦਰਬਾਰ ਦੇ ਵਿੱਚ ਉਹ ਜਾਂਦੇ ਆ ਜਿਨ੍ਹਾਂ ਨੇ ਪੁੰਨ ਦਾਨ ਇਹਦਾ ਬੀਜਿਆ ਹੋਇਆ। ਬੀਜਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਨੇ ਬੀਜਿਆ ਹੁੰਦਾ ਕਿ ਪੁੰਨ ਦਾਨ ਕੀਤਾ ਆ, ਇਹਦਾ ਮੈਨੂੰ ਫਲ ਪ੍ਰਾਪਤ ਹੋਵੇ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜੇਕਰ ਅਸੀਂ ਅਭਿਆਸ ਨਹੀਂ ਕਰਦੇ, ਸਵਰਗ ਤਾਂ ਕੀ, ਉਸ ਸਵਰਗ ਤਾਂ ਉਂਝ ਨਹੀਂ ਪ੍ਰਾਪਤ ਹੋਣਾ। ਅਤੇ ਉਹ ਕਹਿੰਦੇ ਫਿਰ ਗਾਂ ਤਾਂ ਕੀ ਅਸੀਂ ਕਹਾਂਗੇ ਸੱਚੇ ਮਹਿਲ 'ਚ ਜਾਣਾ ਨਹੀਂ, ਕਿਉਂਕਿ ਸੱਚ ਨਾਮ ਨੂੰ ਦ੍ਰਿੜ ਕਰਾਂਗੇ ਤਾਂ ਹੀ ਉੱਥੇ ਤੱਕ ਉੱਪੜ ਸਕਦੇ ਹਾਂ, ਉਹਨੂੰ ਦ੍ਰਿੜ ਕਰਨ ਤੋਂ ਬਗੈਰ ਨਹੀਂ। ਹੁਣ ਜਿਵੇਂ ਵਿਚਾਰ ਕੀਤੀ ਸੀਗੀ ਕਿ ਭਗਤਾਂ ਨੂੰ ਜਿਹੜੇ ਭਾਵੇਂ ਪੁਰਾਣੇ ਯੁੱਗਾਂ ਦੇ ਵਿੱਚ ਹੋਏ ਜਾਂ ਇਸ ਕਲਯੁੱਗ ਦੇ ਵਿੱਚ ਜਿਹੜੇ ਭਗਤ ਹੋਏ, ਜਿਵੇਂ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੇ ਨਾਮ ਅੰਕਿਤ ਕੀਤੇ ਹੋਏ, ਜਿਨ੍ਹਾਂ ਦੀ ਬਾਣੀ ਹੈ, ਉਹਨਾਂ ਨੂੰ ਗੁਰਮੁਖਾਂ ਦਾ ਖਿਤਾਬ ਦਿੱਤਾ। ਸੋ ਹੁਣ ਇੱਥੋਂ ਸਾਨੂੰ ਭੇਦ ਮਿਲ ਗਿਆ ਗੁਰਬਾਣੀ ਰਾਹੀਂ ਕਿ ਉਹਨਾਂ ਦਾ ਧਰਮ ਇਹੀ ਹੈ, ਗੁਰਮਤਿ। ਉਹਨਾਂ ਨੇ ਗੁਰਮੁਖ ਦਾ ਖਿਤਾਬ ਹਾਸਲ ਕੀਤਾ, ਉਹ ਗੁਰਮੁਖ ਬਣੇ। ਕਈ ਸਾਡੇ ਕਮਿਊਨਿਟੀ ਦੇ ਵਿੱਚੋਂ ਵੀ ਬਹੁਤ ਕੱਟੜ ਨੇ, ਉਹ ਸਮਝਦੇ ਆ ਕਿ ਜੀ ਕਹਿ ਦਿੰਦੇ ਕਿ ਉਹ ਭਗਤਾਂ ਨੂੰ ਕਲਯੁੱਗ ਦੇ ਵਿੱਚ ਜਨਮ ਲੈਣਾ ਪਿਆ, ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਦ੍ਰਿਸ਼ਟਮਾਨ ਰੂਪ ਦੇ ਫਿਰ ਉਹਨਾਂ ਨੂੰ ਮੁਕਤੀ ਪ੍ਰਾਪਤ ਹੋਈ। ਪਰ ਐਸੀ ਗੱਲ ਨਹੀਂ। ਗੁਰੂ ਸਾਹਿਬ ਨੇ ਤਾਂ ਇੱਥੇ ਸਾਨੂੰ ਸਮਝਾਇਆ ਹੋਇਆ, ਕਹਿੰਦੇ ਕਿ ਜਿਹੜੇ ਉਹ ਭਗਤ ਹੋਏ ਆ ਪੁਰਾਣੇ ਯੁੱਗਾਂ ਦੇ ਵਿੱਚ, ਪੁਰਾਤਨ ਸਮੇਂ ਦੇ ਵਿੱਚ ਜਿਹੜੇ ਭਗਤ ਹੋਏ ਆ, ਉਹਨਾਂ ਦਾ ਵੀ ਉਧਾਰ ਹੋਇਆ। ਕਿ ਜਿਵੇਂ ਭਗਤ ਪ੍ਰਹਿਲਾਦ ਜੀ ਦੀ ਗੱਲ ਕੀਤੀ ਹੋਈ ਹੈ, ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਦੂਜਾ ਭਾਉ ਨਾ ਜਾਣੈ। ਇੱਥੇ ਹੁਣ ਧਰਮ ਦੀ ਆ ਗਈ ਗੱਲ। ਇੱਥੇ ਵੀ ਕਰਮ ਅਤੇ ਧਰਮ ਇਹਨਾਂ ਨੂੰ ਕਾਫੀ ਵਾਰ ਜੋੜਿਆ ਗਿਆ ਹੈ ਗੁਰਬਾਣੀ ਦੇ ਵਿੱਚ। ਅਤੇ ਕਹਿੰਦੇ ਦੈਂਤ ਦਾ ਜਿਹੜਾ ਪੁੱਤਰ ਸੀਗਾ, ਦੈਂਤ ਸੀਗਾ ਹਰਨਾਕਸ਼, ਉਹਦੇ ਰਾਕਸ਼ਸ ਬੁੱਧੀ ਸੀ। ਭਗਤ ਪ੍ਰਹਿਲਾਦ ਜੀ ਉਹਦੇ ਬੇਟੇ ਸਨ। ਕਹਿੰਦੇ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ। ਉਹਨੇ ਕੋਈ ਕਰਮ ਧਰਮ ਜਿਹੜੇ ਧਾਰਮਿਕ ਰਿਚੁਅਲ ਆ, ਜੋ ਧਾਰਮਿਕ ਕਰਮ ਕਰਦੇ ਆ, ਉਹ ਇੱਦਾਂ ਦੀਆਂ ਚੀਜ਼ਾਂ ਨਹੀਂ ਉਹਨੇ ਪੜ੍ਹੀਆਂ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਦੂਜਾ ਭਾਉ ਨਾ ਜਾਣੈ। ਸਤਿਗੁਰ ਭੇਟਿਆ ਨਿਰਮਲ ਹੋਆ, ਅੰਦਨ ਨਾਮ ਵਖਾਣੈ। ਉਹਨਾਂ ਨੇ ਸਤਿਗੁਰ ਨਾਲ ਮਿਲਾਪ ਕੀਤਾ, ਨਿਰਮਲ ਹੋਏ, ਅਤੇ ਅੰਦਿਨ ਉਹ ਨਾਮ ਦੀ ਵਿਆਖਿਆ ਕਰਦੇ ਰਹਿੰਦੇ ਸੀ। ਅਤੇ ਜਿਹੜੇ ਸਾਡੇ ਕਮਿਊਨਿਟੀ ਦੇ ਵਿੱਚ ਕਈ ਲੋਕ ਬਹੁਤ ਕੱਟੜ ਆ, ਉਹ ਕਹਿ ਦਿੰਦੇ ਆ ਕਿ ਸਤਿਗੁਰ ਨਾਲ ਮਿਲੇ ਆ, ਅਰਥਾਤ ਕਿ ਉਹਨਾਂ ਨੂੰ ਕਲਯੁੱਗ ਦੇ ਵਿੱਚ ਆਉਣਾ ਪਿਆ, ਜਦੋਂ ਸਤਿਗੁਰੂ ਆਏ ਅਤੇ ਤਾਂ ਫਿਰ ਉਹ ਮੁਕਤ ਹੋਏ। ਨਹੀਂ,
ਅਸਲ ਵਿੱਚ ਸਤਿਗੁਰੂ ਦਾ ਭੇਦ ਹੀ ਨਹੀਂ। ਉਹ ਸਤਿਗੁਰੂ ਨੂੰ ਸਾਰੇ ਜਿਹੜੇ ਐਸੇ ਜੀਵ ਹੈ ਐਸੇ ਤਰੀਕੇ ਨਾਲ ਵਿਆਖਿਆ ਕਰਦੇ, ਉਹ ਸਤਿਗੁਰੂ ਨੂੰ ਸਰੀਰ ਹੀ ਸਮਝੀ ਜਾਂਦੇ ਆ। ਸਤਿਗੁਰੂ ਨੇ ਸ਼ਬਦ ਰੂਪ ਅਵਤਾਰ ਧਾਰਨ ਕੀਤਾ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਲਯੁਗ ਦੇ ਵਿੱਚ, ਅਤੇ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆਏ, 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਆਏ। ਅਤੇ ਉਂਝ ਉਹਨਾਂ ਦਾ ਅਸਲੀ ਸਰੂਪ ਹੈ ਪ੍ਰਕਾਸ਼ ਰੂਪ। ਅਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਉਹ ਹਮੇਸ਼ਾ ਹੀ ਸਤਿਗੁਰ ਮੌਜੂਦ ਸੀ ਅਤੇ ਹੁਣ ਵੀ ਹੈ। ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਸਰਗੁਣ ਸਰੂਪ ਆ, ਅਰਥਾਤ ਕਿ ਸ਼ਬਦ ਅਵਤਾਰ ਸਰੂਪ ਆ। ਅਤੇ ਸਤਿਗੁਰ ਆਪ ਵੀ ਪ੍ਰਕਾਸ਼ ਰੂਪ 'ਚ ਵੀ ਵਿਰਾਜਮਾਨ ਆ। ਉਹ ਪਹਿਲਾਂ ਵੀ ਉਸ ਪ੍ਰਕਾਸ਼ ਰੂਪ ਦੇ ਵਿੱਚ ਹੀ ਸੀ। ਮਹਾਰਾਜ ਕਹਿੰਦੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਬਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਉਹ ਅਬਿਨਾਸੀ ਪੁਰਖ ਆ, ਉਹ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਉਹ ਸਤਿਗੁਰ। ਅਤੇ ਅਸੀਂ ਅਸਲ ਵਿੱਚ ਸਤਿਗੁਰ ਨੂੰ ਹਰ ਵਕਤ ਵੇਖ ਵੀ ਰਹੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ ਚਿਰ ਸ਼ਬਦ ਨਾ ਕਰੇ ਵਿਚਾਰ। ਕਿ ਸਤਿਗੁਰ ਨੂੰ ਅਸੀਂ ਅਸਲ ਵਿੱਚ ਸਾਰੇ ਵੇਖ ਰਹੇ ਹਾਂ, ਪ੍ਰਕਾਸ਼ ਰੂਪ ਸਤਿਗੁਰ ਨੂੰ ਜੋ ਸਾਰੇ ਪਾਸੇ ਸਮਾਇਆ ਹੋਇਆ। ਹੁਣ ਇੱਥੇ ਜੇਕਰ ਅਸੀਂ ਸਿਰਫ ਦ੍ਰਿਸ਼ਟਮਾਨ ਦੀ ਗੱਲ ਕਰਦੇ ਹਾਂ ਅਤੇ ਮਹਾਰਾਜ ਦੇ ਸਰੀਰ ਦੀ ਹੀ ਗੱਲ ਕਰ ਰਹੇ ਹਾਂ। ਸਾਰਿਆਂ ਨੇ ਕੀਤੇ ਨਹੀਂ ਦਰਸ਼ਨ ਮਹਾਰਾਜ ਦੇ ਸਰੀਰ ਦੇ। ਜਿਵੇਂ ਗੁਰੂ ਸਾਹਿਬ ਦੇ ਦਰਸ਼ਨ ਗੁਰਦੁਆਰੇ ਜਾ ਕੇ ਸਾਰੇ ਜੀਵ ਸੰਸਾਰ 'ਚ ਮੌਕਾ ਨਹੀਂ ਉਹਨਾਂ ਨੂੰ ਮਿਲਿਆ, ਉਹਨਾਂ ਦੇ ਭਾਗ ਨਹੀਂ ਐਸੇ ਹੋਏ ਕਿ ਮਹਾਰਾਜ ਦੇ ਬਾਹਰੋਂ ਦੇ ਦਰਸ਼ਨ ਕਰ ਲੈਣ। ਪਰ ਮਹਾਰਾਜ ਦੱਸਦੇ ਆ ਗੁਰਬਾਣੀ ਵਿੱਚ ਸਤਿਗੁਰ ਨੂੰ ਸਭ ਕੋ ਵੇਖਦਾ, ਕਿ ਸਾਰੇ ਵੇਖ ਰਹੇ ਆ ਸਤਿਗੁਰ ਨੂੰ। ਫਿਰ ਉਹ ਕਿਹੜਾ ਰੂਪ ਹੋਇਆ? ਉਹ ਹੈ ਪ੍ਰਕਾਸ਼ ਰੂਪ। ਸਤਿਗੁਰ ਦਾ ਪ੍ਰਕਾਸ਼ ਰੂਪ ਸਾਰੇ ਵੇਖ ਰਹੇ ਆ, ਪਰ ਉਹਨਾਂ ਨੂੰ ਭੇਦ ਨਹੀਂ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਅਸੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ, ਉਹ ਵੇਖ ਕੇ ਉਹਨਾਂ ਨੂੰ ਕਿਉਂਕਿ ਸਾਡੀ ਪਛਾਣ ਨਹੀਂ ਹੋਣੀ ਕਿ ਇਹ ਸਤਿਗੁਰ ਆ, ਸਾਡਾ ਫਿਰ ਜਿਹੜਾ ਮੁਕਤੀ ਆ, ਬੰਧਨਾਂ ਤੋਂ ਖਲਾਸੀ ਆ, ਉਹ ਹੁੰਦੀ ਨਹੀਂ। ਤਾਂ 52 ਹੁਕਮਨਾਮਿਆਂ ਦੇ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨੰਦੇੜ ਸਾਹਿਬ ਕਿਹਾ ਸੀਗਾ ਕਿ ਸਤਿਗੁਰ ਦਾ ਸਤ ਸਰੂਪ ਧਿਆਨ ਧਰਨਾ। ਇਹ ਇੱਕ ਹੁਕਮ ਸੀਗਾ ਗੁਰਸਿੱਖਾਂ ਨੂੰ ਕਿ ਸਤਿਗੁਰ ਦਾ ਜਿਹੜਾ ਪ੍ਰਕਾਸ਼ ਰੂਪ ਧਿਆਨ ਆ, ਸਤ ਸਰੂਪ ਉਹਨੂੰ ਕਹਿ ਦਿੱਤਾ ਹੈ ਪ੍ਰਕਾਸ਼ ਨੂੰ, ਉਹਦਾ ਧਿਆਨ ਧਰਨਾ। ਅਤੇ ਉਹ ਵਿਧੀ ਜਿਹੜੀ ਆ ਉਹ 5 ਪਿਆਰੇ ਦੱਸਦੇ ਆ, ਜਿਹਨੂੰ ਮਹਾਰਾਜ ਕਹਿੰਦੇ ਆ ਈੜਾ ਪਿੰਗਲਾ ਔਰ ਸੁਖਮਨਾ ਪੌਣੇ ਬੰਦ ਰਹਾਓਗੋ, ਚੰਦ ਸੂਰਜ ਦੋਏ ਸਮਕਰ ਰਾਖੋ, ਬ੍ਰਹਮ ਜੋਤ ਮਿਲ ਜਾਓਗੋ। ਤਾਂ ਉਹ ਬ੍ਰਹਮ ਜੋਤ ਪ੍ਰਗਟ ਹੁੰਦੀ ਹੈ। ਅਤੇ ਮਹਾਰਾਜ ਨੇ ਦੱਸਿਆ ਸੀ ਕਿ ਸਤਿਗੁਰ ਦਾ ਇਹ ਸਤ ਸਰੂਪ ਪ੍ਰਕਾਸ਼ ਰੂਪ ਆ, ਅਤੇ ਉਸ ਦਾ ਧਿਆਨ ਧਰਨਾ ਇਹ ਹੁਕਮ ਸੀਗਾ ਸਿੱਖਾਂ ਲਈ। ਪਰ ਸਿੱਖਾਂ ਨੇ ਉਹ ਜਿਹੜੀ ਗੱਲ ਆ ਉਹ ਨਾ ਸੁਣੀ, ਨਾ ਸਮਝੀ, ਉਹਨਾਂ ਨੇ ਗਵਾ ਲਈ। ਹੁਣ ਇੱਥੇ ਤੱਕ ਸੀਮਿਤ ਰਹਿ ਗਏ ਕਿ ਜਿੱਦਾਂ ਬਾਕੀ ਲੋਕ ਕਰਦੇ ਆ ਕਰਮ ਧਰਮ, ਇੱਦਾਂ ਹੀ ਅਸੀਂ ਉੱਥੇ ਤੱਕ ਸੀਮਿਤ ਰਹਿ ਗਏ। ਅਤੇ ਮਹਾਰਾਜ ਕਹਿੰਦੇ ਆ ਕਿ ਜੇਕਰ ਅਸੀਂ ਕਰਮ ਧਰਮ ਕਰਦੇ ਹਾਂ, ਧਾਰਮਿਕ ਕਰਮ ਜੋ ਵੀ ਆ ਅਸੀਂ ਕਰਦੇ ਹਾਂ, ਸਿਰਫ ਦ੍ਰਿਸ਼ਟਮਾਨ ਤੱਕ ਸੀਮਿਤ ਹੈ ਨਾ। ਅਤੇ ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟੈ। ਜੇ ਅਸੀਂ ਪਖੰਡ ਕਰਦੇ ਹਾਂ, ਸਿਰਫ ਅਸੀਂ ਬਾਹਰ ਤੱਕ ਰਹਿ ਗਏ ਅਤੇ ਅੰਦਰੋਂ ਅਭਿਆਸ ਨਹੀਂ ਕਰਦੇ, ਨਾਮ ਨਾਲ ਜੁੜਦੇ ਨਹੀਂ। ਅਤੇ ਮਹਾਰਾਜ ਕਹਿੰਦੇ ਆ ਕਰਮ ਧਰਮ ਪਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੁਟੈ। ਕਹਿੰਦੇ ਕਿ ਉਹਦੀ ਕੀਰਤੀ ਕਰੋ ਜਿਸ ਦੁਆਰਾ ਨਿਰਵਾਣ ਪਦਵੀ ਹਾਸਲ ਹੁੰਦੀ ਆ, ਉਹਦੀ ਕੀਰਤੀ ਆ ਪ੍ਰਮਾਤਮਾ ਦੀ। ਨਿਰਵਾਣ ਕੀਰਤਨ ਉਹਨੂੰ ਕਿਹਾ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੁਟੈ। ਅਤੇ ਉਹ ਤਾਂ ਅਸੀਂ ਕਰ ਸਕਦੇ ਜੇ ਅਸੀਂ ਪ੍ਰੈਕਟੀਕਲ ਕਰਾਂਗੇ। ਤਾਂ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਜਿੰਨੇ ਵੀ ਇਹ ਭਗਤ ਹੋਏ ਪੁਰਾਣੇ ਯੁੱਗਾਂ ਦੇ, ਇਹਨਾਂ ਨੇ ਸਾਰਿਆਂ ਨੇ ਉਸ ਸੱਚ ਨੂੰ ਦ੍ਰਿੜ ਕੀਤਾ, ਏਕੋ ਧਰਮ ਦ੍ਰਿੜੈ ਸੱਚ ਕੋਈ। ਅਤੇ ਉਹਨਾਂ ਨੇ ਸਾਨੂੰ ਇਹ ਭੇਦ ਦਿੱਤਾ ਕਿ ਕਿਵੇਂ ਅਸੀਂ ਸਾਰੇ ਮਿਲਾਪ ਕਰ ਸਕਦੇ ਹਾਂ। ਤਾਂ ਮਹਾਰਾਜ ਨੇ ਦੱਸਿਆ ਹੋਇਆ ਕਿ ਜਪਿਓ ਨਾਮ ਸੁਖ ਜਨਕ ਗੁਰਬਚਨੀ, ਹਰ ਹਰ ਸਰਨ ਪਰੇ। ਕਿ ਸੁਖਦੇਵ ਮੁਨੀ ਰਾਜਾ ਜਨਕ ਜੀ, ਉਹਨਾਂ ਨੇ ਵੀ ਗੁਰੂ ਦੇ ਬਚਨਾਂ ਦੁਆਰਾ ਹੀ ਹਰੀ ਦਾ ਨਾਮ ਉਚਾਰਨ ਕੀਤਾ। ਦਾਲਦ ਪੰਜ ਸੁਧਾਮੇ ਮਿਲਿਓ ਭਗਤੀ ਭਾਏ ਤਰੇ। ਕਿ ਸੁਧਾਮੇ ਨੂੰ ਵੀ ਉਹਦੇ ਜਿਹੜਾ ਦਲਿੱਦਰ ਸੀਗਾ, ਗਰੀਬੀ ਸੀ, ਉਹ ਭੰਨ ਦਿੱਤੀ ਮਾਲਕ ਨੇ, ਉਹਨਾਂ ਦਾ ਮਾਲਕ ਨਾਲ ਮਿਲਾਪ ਵੀ ਹੋਇਆ। ਭਗਤ ਵਸ਼ਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ। ਕਿ ਪ੍ਰਮਾਤਮਾ
ਆਪਣੇ ਭਗਤਾਂ ਨਾਲ ਪਿਆਰ ਕਰਦਾ ਆ। ਹਰੀ ਦਾ ਨਾਮ ਉਹ ਭਗਤਾਂ ਨੂੰ ਪ੍ਰਾਪਤ ਹੁੰਦਾ ਹੈ ਅਤੇ ਉਹ ਕਰਤਾਰਤ ਹੁੰਦੇ ਆ। ਉਹਨਾਂ ਨੂੰ ਗੁਰਮੁਖ ਕਿਹਾ ਹੋਇਆ। ਮੇਰੇ ਮਨ ਨਾਮ ਜਪ ਉਧਰੇ, ਕਿ ਤਾਂ ਹੀ ਸਾਡੇ ਮਨ ਨੂੰ ਸਮਝਾਇਆ ਹੈ ਕਿ ਵਾਰ-ਵਾਰ ਮਹਾਰਾਜ ਸਾਨੂੰ ਦੱਸਦੇ ਆ ਕਿ ਨਾਮ ਜਿਹੜਾ ਆ ਇਹਨੂੰ ਜਪੋ। ਧਰੂ ਪ੍ਰਹਿਲਾਦ ਬਿਦਰ ਦਾਸੀ ਸੁਤ ਗੁਰਮੁਖ ਨਾਮ ਤਰੇ। ਇਹਨਾਂ ਨੂੰ ਗੁਰਮੁਖਾਂ ਦਾ ਖਿਤਾਬ ਦਿੱਤਾ ਹੋਇਆ ਹੈ ਕਿਉਂਕਿ ਉਸ ਨਾਮ ਨਾਲ ਜੁੜੇ। ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ, ਬਿਦਰ, ਅਤੇ ਤਾਂ ਇਹਨਾਂ ਨੂੰ ਗੁਰਮੁਖਾਂ ਦਾ ਖਿਤਾਬ ਮਿਲਿਆ ਕਿਉਂਕਿ ਨਾਮ ਨਾਲ ਜੁੜੇ। ਗੁਰਮੁਖ ਹੋਣ ਦੇ ਨਾਤੇ ਫਿਰ ਇਹ ਤਰੇ ਨਾਮ ਨਾਲ ਜੁੜ ਕੇ। ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਧਰੇ। ਨਾਮਾ ਜੈ ਦੇਵ ਕਬੀਰ ਤਰਲੋਚਨ ਸਭ ਦੋਖ ਗਏ ਚਮਰੇ। ਭਗਤ ਨਾਮਦੇਵ ਜੀ, ਜੈਦੇਵ ਜੀ, ਭਗਤ ਕਬੀਰ ਜੀ, ਭਗਤ ਤਰਲੋਚਨ ਜੀ, ਭਗਤ ਰਵਿਦਾਸ ਜੀ, ਉਹਨਾਂ ਨੇ ਵੀ ਨਾਮ ਨਾਲ ਹੀ ਸੁਰਤੀ ਜੋੜੀ। ਗੁਰਮੁਖ ਨਾਮ ਲਗੇ ਸੇ ਉਧਰੇ ਸਭ ਕਿਲ ਬਿਖ ਪਾਪ ਟਰੇ। ਉਹ ਗੁਰਮੁਖ ਜਨ ਸਾਰੇ ਨਾਮ ਨਾਲ ਜੁੜੇ, ਉਹਨਾਂ ਦਾ ਉਧਾਰ ਹੋਇਆ ਅਤੇ ਪਾਪ ਜਿਹੜੇ ਉਹ ਧੋਤੇ ਗਏ। ਤਾਂ ਹੀ ਫਿਰ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਕਿ ਇਸ ਨਾਮ ਨਾਲ ਜੁੜੋ। ਇਹ ਨਾਮ ਨੂੰ ਜੁੜ ਕੇ ਹੀ ਅਸਲੀ ਧਰਮ ਅਸੀਂ ਪ੍ਰੈਕਟਿਸ ਕਰ ਰਹੇ ਹਾਂ। ਅਤੇ ਜੇਕਰ ਅਸੀਂ ਇਸ ਤਰੀਕੇ ਨਾਲ ਨਾਮ ਨਾਲ ਜੁੜਦੇ ਹਾਂ, ਸਾਡੇ ਵੀ ਜਿਹੜੇ ਪਾਪ ਹੈ ਉਹ ਖੰਡਨ ਹੋ ਜਾਣਗੇ। ਜੇ ਅਸੀਂ ਕੋਈ ਅਪਰਾਧ ਕੀਤਾ ਹੋਇਆ, ਸਾਡਾ ਮਨ ਜਿਹੜਾ ਅਪਰਾਧੀ ਬਣ ਚੁੱਕਾ ਹੈ, ਮਹਾਰਾਜ ਕਹਿੰਦੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨਕੇ ਦੁੱਖ ਪਰ ਹਰੇ। ਜਿਹੜਾ ਵੀ ਅਪਰਾਧੀ ਹੋਇਆ, ਜੇ ਉਹ ਨਾਮ ਨਾਲ ਜੁੜ ਜਾਏ ਅਪਰਾਧੀ, ਅਤੇ ਉਹਦੇ ਦੁੱਖ ਜਿਹੜੇ ਆ ਉਹ ਦੂਰ ਹੋ ਜਾਂਦੇ ਆ। ਫਿਰ ਸਾਨੂੰ ਉਦਾਹਰਨਾਂ ਦਿੱਤੀਆਂ। ਬੇਸਵਾ ਰਵਤ ਅਜਾਮਲ ਉਧਰਿਓ ਮੁਖ ਬੋਲੇ ਨਾਰਾਇਣ ਨਰ ਹਰੇ। ਅਜਾਮਲ ਜਿਹੜਾ ਆ ਉਹਦੀ ਉਦਾਹਰਨ ਦੇ ਦਿੱਤੀ ਕਿ ਉਹਨੇ ਪਾਪ ਕੀਤਾ ਅਤੇ ਫਿਰ ਵੀ ਨਾਰਾਇਣ ਦਾ ਨਾਮ ਕਹਿ ਕੇ ਉਹਦਾ ਪਾਰ ਉਤਾਰਾ ਹੋਇਆ। ਮਹਾਰਾਜ ਨੇ ਪਾਰ ਉਤਾਰਾ ਕਰ ਦਿੱਤਾ ਕਿਉਂਕਿ ਉਹ ਸਹੀ ਪਾਸੇ ਆ ਗਏ ਐਂਡ 'ਤੇ। ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ। ਉਗਰ ਸੈਨ ਦੀ ਵੀ ਜਿਹੜੀ ਗਤੀ ਹੋਈ ਕਿਉਂਕਿ ਉਹਨਾਂ ਨੇ ਨਾਮ ਜਪਿਆ। ਜਨ ਕੋ ਆਪ ਅਨੁਗ੍ਰਹ ਕੀਆ ਹਰ ਅੰਗੀਕਾਰ ਕਰੇ। ਪਰਮਾਤਮਾ ਆਪ ਹੀ ਕਿਰਪਾ ਕਰਦੇ ਆਪਣੇ ਸੇਵਕਾਂ ਦੇ, ਅਤੇ ਆਪਣੇ ਆਪ ਦੇ ਨਾਲ ਉਹਨਾਂ ਨੂੰ ਜੋੜਦੇ, ਆਪਣਾ ਬਣਾ ਲੈਂਦੇ ਆ। ਸੇਵਕ ਪੈਜ ਰੱਖੈ ਮੇਰਾ ਗੋਵਿੰਦ ਸਰਨ ਪਰੇ ਉਧਰੇ। ਉਹ ਆਪਣੇ ਸੇਵਕਾਂ ਦੀ ਪੈਜ ਰੱਖਦੇ ਆ ਅਤੇ ਉਹਨਾਂ ਦੇ ਸ਼ਰਨ ਵਿੱਚ ਜਿਹੜਾ ਆ ਜਾਂਦਾ ਉਹਦਾ ਉਧਾਰ ਹੋ ਜਾਂਦਾ। ਜਾਂ ਨਾਨਕ ਹਰ ਕਿਰਪਾ ਤਾਰੀ ਉਰ ਤਰਿਓ ਨਾਮ ਹਰੇ। ਕਿ ਅਸੀਂ ਵੀ, ਮਹਾਰਾਜ ਕਹਿੰਦੇ ਆ ਕਿ ਅਸੀਂ ਉਹਨਾਂ ਦੀ ਸ਼ਰਨ ਵਿੱਚ ਹਾਂ, ਉਹਨੇ ਸਾਨੂੰ ਆਪਣਾ ਨਾਮ ਬਖਸ਼ ਦਿੱਤਾ। ਇਸ ਤਰੀਕੇ ਦੇ ਨਾਲ ਅਸੀਂ ਵੀ ਉਸ ਨਾਮ ਨਾਲ ਜੁੜ ਕੇ ਅਸੀਂ ਅਸਲੀ ਧਰਮ ਨੂੰ ਦ੍ਰਿੜ ਕਰਨਾ ਆ। ਜੋ ਧਰਮ ਆ ਸਾਰੇ ਭਗਤਾਂ ਦਾ, ਜੋ ਧਰਮ ਆ ਗੁਰੂ ਸਾਹਿਬਾਂ ਨੇ ਸਾਨੂੰ ਸਿਖਾਇਆ। ਅਤੇ ਜੇਕਰ ਅਸੀਂ ਉਸ ਧਰਮ ਨਾਲ, ਨਾਮ ਨਾਲ ਜੁੜਾਂਗੇ ਅਤੇ ਫਿਰ ਸਾਡੇ ਜਿਹੜੇ ਦਰਗਾਹ ਦੇ ਵਿੱਚ ਕਲਿਆਣ ਹੋਵੇਗੀ। ਸੋ ਧਰਮ ਦੀ ਜਿਹੜੀ ਪਰਿਭਾਸ਼ਾ ਆ ਉਹ ਸਾਨੂੰ ਇਹਦਾ ਭੇਦ ਆਉਂਦਾ ਹੈ ਗੁਰਬਾਣੀ ਰਾਹੀਂ ਕਿ ਮਹਾਰਾਜ ਨੇ ਕਿਹਨੂੰ ਕਿਹਾ ਹੈ ਸਾਰਿਆਂ ਨਾਲੋਂ ਸ੍ਰੇਸ਼ਟ ਧਰਮ। ਉਹੀ ਆ ਜਿਹੜਾ ਅਸੀਂ ਹਰੇ ਦਾ ਨਾਮ ਜਪ ਜਪ ਕੇ ਉਸ ਨਾਮ ਨਾਲ ਅੰਦਰ ਜੁੜ ਕੇ ਸੱਚ ਨੂੰ ਫਿਰ ਦ੍ਰਿੜ ਕਰਦੇ ਹਾਂ। ਇੰਨੀਆਂ ਬੇਨਤੀਆਂ ਸਨ। ਜੇਕਰ ਕੋਈ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।